Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabwana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਪੂਰਤੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਲੈਕਚਰ ਜਿਹੜਾ ਹੈ ਉਹ ਲਗਾਉਣ ਜਾ ਰਹੇ ਹਾਂ। ਤਾਂ ਜੇਕਰ ਆਪਾਂ ਇਹ ਲੈਕਚਰ ਸਮਝਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਉਸ ਤੋਂ ਪਹਿਲਾਂ ਇੱਕ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਦੁਬਾਰਾ ਤੋਂ ਕਰਨਾ ਪਏਗਾ, ਕਿਉਂਕਿ ਪੂਰਤੀ ਦਾ ਨਿਯਮ ਜਿਹੜਾ ਹੈ ਉਹਦੇ ਵਿੱਚ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਉਹ ਰਹਿ ਗਈਆਂ ਸੀ, ਜਿਹੜੀਆਂ ਆਪਾਂ ਆਪਣੇ ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਪੂਰੀਆਂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਪੜ੍ਹਦੇ ਹਾਂ। ਤਾਂ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਆਪਾਂ ਨੂੰ ਕੀ ਕਹਿੰਦਾ ਹੈ, ਤਾਂ ਆਪਾਂ ਆਲਰੇਡੀ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਦੇਖ ਚੁੱਕੇ ਹਾਂ, ਜਿਹੜਾ ਇਹ ਕਹਿੰਦਾ ਹੈ ਕਿ ਅਗਰ ਬਾਕੀ ਗੱਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਾ ਹੋਵੇ, ਮਤਲਬ ਕਹਿੰਦਾ ਕੀ ਹੈ ਕਿ ਜਿਹੜੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਨੇ ਜਾਂ ਪੂਰਤੀ ਨੂੰ ਜਿਹੜੇ ਨਿਰਧਾਰਿਤ ਕਰਨ ਵਾਲੇ ਤੱਤ ਨੇ, ਅਗਰ ਉਹਨਾਂ ਸਾਰੇ ਤੱਤਾਂ ਦੇ ਵਿੱਚ ਕਿਹਨੂੰ ਛੱਡ ਕੇ, ਕੀਮਤ ਨੂੰ ਛੱਡ ਕੇ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੁੰਦਾ। ਕਹਿੰਦਾ ਮਤਲਬ ਇਹ ਹੈ ਵੀ ਜੇਕਰ ਫਰਮਾਂ ਦੀ ਗਿਣਤੀ ਵਿੱਚ ਕੋਈ ਬਦਲਾਵ ਨਾ ਹੋਵੇ, ਨੰਬਰ 2 ਜਿਹੜੀ ਉਤਪਾਦਨ ਦੀ ਤਕਨੀਕ ਹੈ ਉਹਦੇ 'ਚ ਕੋਈ ਬਦਲਾਵ ਨਾ ਹੋਵੇ, ਸਰਕਾਰ ਦੀ ਨੀਤੀ ਵਿੱਚ ਕੋਈ ਬਦਲਾਵ ਨਾ ਹੋਵੇ, ਉਤਪਾਦਨ ਦੇ ਸਾਧਨਾਂ ਦੀ ਕੀਮਤ ਵਿੱਚ ਕੋਈ ਬਦਲਾਵ ਨਾ ਹੋਵੇ, ਉਹਨਾਂ ਦੀ ਮੌਜੂਦਗੀ ਵਿੱਚ ਕੋਈ ਬਦਲਾਵ ਨਾ ਹੋਵੇ, ਸਰਕਾਰ ਦੀ ਜਿਹੜੀ ਟੈਕਸ ਨੀਤੀ ਹੈ ਜਾਂ ਸਬਸਿਡੀ ਨੀਤੀ ਹੈ ਉਹਦੇ 'ਚ ਕੋਈ ਬਦਲਾਵ ਨਾ ਹੋਵੇ, ਕੋਈ ਕੁਦਰਤੀ ਤੱਤ ਨਾ ਲੱਗਣ। ਅਗਰ ਇਹ ਕੁਝ ਨਾ ਹੋਵੇ ਤਾਂ ਕੀ ਹੋਊਗਾ, ਕਿਸੇ ਵੀ ਵਸਤੂ ਦੀ ਕੀਮਤ ਤੇ ਉਹਦੀ ਪੂਰਤੀ ਜਿਹੜੀ ਹੈ ਉਹਨਾਂ ਦੇ ਵਿੱਚ ਹਮੇਸ਼ਾ ਸਿੱਧਾ ਸੰਬੰਧ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਕਹਿਣ ਦਾ ਮਤਲਬ ਕੀ ਹੈ ਵੀ ਜੇਕਰ ਕਿਸੇ ਵਸਤੂ ਦੀ ਕੀਮਤ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਤਾਂ ਕੀ ਹੋਊਗਾ, ਉਸ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਵੀ ਪਹਿਲਾਂ ਨਾਲੋਂ ਵੱਧ ਜਾਏਗੀ। ਪਰ ਅਗਰ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਉਹ ਪਹਿਲਾਂ ਨਾਲੋਂ ਘਟ ਜਾਂਦੀ ਹੈ ਤਾਂ ਉਸ ਵਸਤੂ ਦੀ ਪੂਰਤੀ ਵੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਘਟ ਜਾਏਗੀ। ਮਤਲਬ ਕੀਮਤ ਤੇ ਪੂਰਤੀ ਹਮੇਸ਼ਾ ਇੱਕੋ ਦਿਸ਼ਾ ਵੱਲ ਜਾਣਗੇ, ਇੱਕੋ ਡਾਇਰੈਕਸ਼ਨ ਵੱਲ ਜਾਣਗੇ। ਕਹਿੰਦਾ ਮਤਲਬ ਕਿ ਵੀ ਕੀਮਤ ਵਧੀ ਤਾਂ ਪੂਰਤੀ ਵਧੀ, ਕੀਮਤ ਘਟੀ ਤਾਂ ਪੂਰਤੀ ਘਟੀ, ਦੋਨੋਂ ਹਮੇਸ਼ਾ ਜਿਹੜੇ ਨੇ ਉਹ ਇੱਕੋ ਪਾਸੇ ਜਿਹੜਾ ਉਹ ਜਾਂਦੇ ਆ। ਇਸ ਬੇਸ ਤੇ ਆਪਾਂ ਕੀ ਕਰ ਸਕਦੇ ਹਾਂ, ਆਪਾਂ ਇੱਕ ਪੂਰਤੀ ਵਕਰ ਦਾ ਨਿਰਮਾਣ ਜਿਹੜਾ ਹੈ ਉਹ ਕਰ ਸਕਦੇ ਹਾਂ। ਕਿਸ ਤਰ੍ਹਾਂ, ਆਪਾਂ ਹੁਣ ਐਸੇ ਜਿਹੜਾ ਪੂਰਤੀ ਦਾ ਨਿਯਮ ਹੈ ਆਪਾਂ ਨੂੰ ਇੱਕ ਡਾਇਗਰਾਮ ਦੀ ਮਦਦ ਨਾਲ ਜਿਹੜਾ ਹੈ ਉਹ ਦਿਖਾਉਣ ਲੱਗੇ ਆ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਜਦੋਂ ਆਪਾਂ ਪੂਰਤੀ ਵਕਰ ਬਣਾਉਣੀ ਹੁੰਦੀ ਹੈ ਤਾਂ ਆਪਾਂ ਜਿਹੜਾ y ਐਕਸਿਸ ਹੈ ਉਹਦੇ ਵਿੱਚ ਆਪਾਂ ਕੀ ਕੀਮਤ ਲੈਂਦੇ ਹਾਂ ਤੇ ਜਿਹੜਾ x ਐਕਸਿਸ ਹੈ ਉੱਥੇ ਆਪਾਂ ਲੈਂਦੇ ਹਾਂ ਪੂਰਤੀ। ਠੀਕ ਹੋ ਗਿਆ। ਤਾਂ ਆਪਾਂ ਮੰਨ ਲੈਂਦੇ ਆ ਵੀ ਸ਼ੁਰੂਆਤ ਦੇ ਵਿੱਚ ਜਿਹੜੀ ਕੀਮਤ ਹੈ ਉਹ ਹੈ OP। ਠੀਕ ਹੈ ਜੀ, ਆ OP ਕੀਮਤ ਹੋਗੀ। OP ਕੀਮਤ ਤੇ ਜਿਹੜੀ ਪੂਰਤੀ ਹੈ ਉਹ ਹੈ OQ। ਤਾਂ ਆਪਾਂ ਹੈਗੇ ਆ ਇਸ A ਪੁਆਇੰਟ ਤੇ। ਤਾਂ ਇਹ ਪੁਆਇੰਟ ਜਿਹੜਾ ਹੈ ਉਹ ਆਪਣਾ ਸ਼ੁਰੂਆਤੀ ਪੁਆਇੰਟ ਹੈ, ਆਰੰਭਿਕ ਪੁਆਇੰਟ ਹੈ ਜਾਂ ਆਪਣਾ ਇਨੀਸ਼ੀਅਲ ਪੁਆਇੰਟ ਹੈ। ਹੁਣ ਪੂਰਤੀ ਦਾ ਨਿਯਮ ਕੀ ਕਹਿੰਦਾ ਹੈ, ਪੂਰਤੀ ਦਾ ਨਿਯਮ ਕਹਿੰਦਾ ਹੈ ਵੀ ਜੇਕਰ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ, ਮਤਲਬ ਹੁਣ ਆਪਾਂ ਕੀ ਕਰਨਾ ਹੈ, ਜਿਹੜੀ ਕੀਮਤ ਹੈ ਉਹਨੂੰ ਆਪਾਂ P ਤੋਂ ਵਧਾਣਾ ਹੈ। ਵਧਾਣਾ ਤਾਂ ਮਤਲਬ ਆਪਾਂ P ਤੋਂ ਉੱਪਰ ਵੱਲ ਜਾਵਾਂਗੇ। ਜੇ ਆਪਾਂ ਕੀਮਤ ਨੂੰ ਵਧਾਵਾਂਗੇ ਤਾਂ ਕੀ ਹੋਏਗਾ, ਪੂਰਤੀ ਵਧੇਗੀ। ਮਤਲਬ ਜੇ ਆਪਾਂ ਕੀਮਤ ਦੇ ਵਿੱਚ P ਤੋਂ ਉੱਪਰ ਵਾਲੇ ਪਾਸੇ ਜਾਵਾਂਗੇ ਤਾਂ ਪੂਰਤੀ ਨੂੰ ਆਪਾਂ ਵਧਾਣਾ ਹੈ, ਮਤਲਬ Q ਦੇ ਆਪਾਂ ਸੱਜੇ ਪਾਸੇ ਜਾਵਾਂਗੇ। ਉਲਟਾ ਵੀ ਲੈ ਸਕਦੇ ਹਾਂ ਵੀ ਜੇਕਰ ਮੰਨ ਲਓ ਆਪਾਂ ਕੀਮਤ ਨੂੰ ਘਟਾ ਦਈਏ, ਕੀਮਤ ਨੂੰ ਆਪਾਂ P ਤੋਂ ਘਟਾਣਾ ਹੈ, ਯਾਨੀ P ਤੋਂ ਹੇਠਾਂ ਵਾਲੇ ਪਾਸੇ ਆਣਾ ਹੈ ਤਾਂ ਆਪਾਂ Q ਤੋਂ ਕੀ ਕਰਾਂਗੇ, ਅੰਦਰ ਵਾਲੇ ਪਾਸੇ ਆਵਾਂਗੇ। ਇਹ ਆਪਣੀ ਮਰਜ਼ੀ ਹੁੰਦੀ ਹੈ ਵੀ ਆਪਾਂ ਕੀਮਤ ਨੂੰ ਘਟਾਣਾ ਹੈ ਜਾਂ ਕੀਮਤ ਨੂੰ ਵਧਾਣਾ ਹੈ। ਪਰ ਧਿਆਨ ਇਹ ਰੱਖਣਾ ਵੀ ਜਦੋਂ ਕੀਮਤ ਨੂੰ ਵਧਾਓ ਤਾਂ ਪੂਰਤੀ ਨੂੰ ਵਧਾ ਲਿਆ ਜੇ, ਜੇ ਕੀਮਤ ਨੂੰ ਘਟਾਓ ਤਾਂ ਪੂਰਤੀ ਨੂੰ ਘਟਾ ਲਿਆ ਜੇ। ਪੂਰਤੀ ਦਾ ਨਿਯਮ ਜਿਹੜਾ ਹੈ ਉਹ ਫੇਲ ਨਹੀਂ ਕਰਨਾ। ਇਹ ਨਾ ਹੋਵੇ ਵੀ ਕੀਮਤ ਜਿਹੜੀ ਹੈ ਉਹਨੂੰ ਤਾਂ ਵਧਾ ਦਿਓ ਤੇ ਪੂਰਤੀ ਜਿਹੜੀ ਹੈ ਉਹਨੂੰ ਘਟਾ ਦਿਓ, ਜਾਂ ਇਹ ਨਾ ਹੋਵੇ ਵੀ ਕੀਮਤ ਜਿਹੜੀ ਹੈ ਉਹਨੂੰ ਘਟਾ ਦਿਓ ਤੇ ਪੂਰਤੀ ਜਿਹੜੀ ਹੈ ਉਹਨੂੰ ਵਧਾ ਦਿਓ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪੂਰਤੀ ਤੇ ਕੀਮਤ ਜਿਹੜੇ ਨੇ ਉਹ ਹਮੇਸ਼ਾ ਇੱਕੋ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਜਾਣੇ ਚਾਹੀਦੇ ਨੇ। ਤਾਂ ਹੁਣ ਪੂਰਤੀ ਦੇ ਨਿਯਮ ਨੇ ਆਪਾਂ ਨੂੰ ਇਹ ਸਮਝਾਤਾ ਵੀ ਦੇਖੋ ਜੀ, ਜੇ ਕੀਮਤ ਵਧਾਓਗੇ ਤਾਂ ਪੂਰਤੀ ਨੂੰ ਵਧਾ ਲਿਆ ਜੇ, ਜੇ ਕੀਮਤ ਘਟਾਓਗੇ ਤਾਂ ਪੂਰਤੀ ਨੂੰ ਘਟਾ ਲਿਆ ਜੇ। ਮੈਨੂੰ ਗੱਲ ਸਮਝ ਲੱਗ ਗਈ। ਮੈਂ ਕੀ ਕੀਤਾ, ਮੈਂ ਪੂਰਤੀ ਜਿਹੜੀ ਹੈ ਉਹਨੂੰ ਕੀ ਕੀਤਾ, ਉਸ ਪੂਰਤੀ ਨੂੰ ਵਧਾਉਣ ਵਾਸਤੇ ਮੈਂ ਕੀਮਤ ਜਿਹੜੀ ਹੈ ਉਹਨੂੰ ਵਧਾਤਾ। ਤਾਂ ਮੈਂ ਕੀ ਕੀਤਾ, ਮੈਂ ਕੀਮਤ ਜਿਹੜੀ ਹੈ ਆ P ਤੋਂ ਵਧਾ ਕੇ ਕਰਤੀ
P1। ਠੀਕ ਹੈ, ਜਦੋਂ ਮੈਂ ਕੀਮਤ P ਤੋਂ P1 ਵਧਾਈ ਤਾਂ ਮੈਂ ਪੂਰਤੀ ਦਾ ਨਿਯਮ ਪੜਿਆ। ਪੂਰਤੀ ਦਾ ਨਿਯਮ ਕਹਿੰਦਾ ਹੈ ਵੀ ਦੇਖੋ ਜੀ, ਜਦੋਂ ਕੀਮਤ ਵਧਾਓਗੇ ਤਾਂ ਪੂਰਤੀ ਜਿਹੜੀ ਹੈ ਉਹਨੂੰ ਵਧਾ ਲਿਆ ਜੇ। ਤਾਂ ਮੈਂ ਪੂਰਤੀ ਨੂੰ ਕੀ ਕੀਤਾ, Q ਤੋਂ ਵਧਾ ਕੇ Q1 ਕਰਤਾ ਤੇ ਮੈਂ ਆ ਗਿਆ B ਪੁਆਇੰਟ ਤੇ। ਤਾਂ B ਪੁਆਇੰਟ ਤੇ ਮੈਨੂੰ ਇਹ ਸੰਤੁਸ਼ਟੀ ਹੋ ਗਈ ਕਿ ਦੇਖੋ ਜੀ, ਮੈਂ ਪੂਰਤੀ ਦਾ ਨਿਯਮ ਜਿਹੜਾ ਹੈ ਉਹਨੂੰ ਮੈਂ ਪੂਰਾ ਕਰਤਾ ਹੈ। ਮਤਲਬ ਮੈਂ ਪੂਰਤੀ ਦੇ ਨਿਯਮ ਤੇ ਖਰਾ ਉਤਰਿਆ। ਮਤਲਬ ਜਦੋਂ ਮੈਂ ਕੀਮਤ ਵਧਾਈ ਹੈ ਤਾਂ ਮੈਂ ਪੂਰਤੀ ਜਿਹੜੀ ਹੈ ਉਹ ਵਧਾਤੀ। ਤਾਂ ਉਹਦੇ ਮੁਤਾਬਿਕ ਜਿਹੜੀ ਮੇਰੀ ਪੂਰਤੀ ਵਕਰ ਹੈ ਉਹ ਬਣ ਗਈ ਇਹ ਵਾਲੀ, ਜਿਹਨੂੰ ਮੈਂ ਨਾਮ ਦੇ ਦਿੱਤਾ SS। ਤਾਂ ਮੈਂ ਲੋਕਾਂ ਨੂੰ ਕਹਿਤਾ ਸਾਰਿਆਂ ਨੂੰ ਕਿ ਦੇਖੋ ਜੀ, ਮੈਂ ਪੂਰਤੀ ਦਾ ਨਿਯਮ ਜਿਹੜਾ ਹੈ ਉਹਨੂੰ ਫੁੱਲਫਿਲ ਕੀਤਾ ਹੈ, ਪੂਰਾ ਕੀਤਾ ਹੈ। ਮੈਂ ਪੂਰਤੀ ਦਾ ਨਿਯਮ ਫੇਲ ਨਹੀਂ ਹੋਣ ਦਿੱਤਾ। ਮੈਂ ਕੀਮਤ ਵਧਾਈ ਤੇ ਇਧਰੋਂ ਮੈਂ ਪੂਰਤੀ ਵਧਾ ਲਈ। ਗੱਲ ਕਲੀਅਰ। ਮੇਰਾ ਇੱਕ ਦੋਸਤ ਆ ਗਿਆ, ਉਹ ਕਹਿੰਦਾ ਦੇਖ ਬਈ, ਮੈਂ ਵੀ ਇੱਕ ਡਾਇਗਰਾਮ ਬਣਾਈ ਹੈ। ਮੈਂ ਵੀ ਕੀ ਕੀਤਾ ਹੈ, ਮੈਂ ਵੀ ਕੀਮਤ ਨੂੰ P ਤੋਂ P1 ਵਧਾਇਆ। ਠੀਕ ਹੈ, ਜਿੰਨੀ ਕੀਮਤ ਤੂੰ ਵਧਾਈ ਹੈ ਨਾ ਉਨੀ ਹੀ ਮੈਂ ਵਧਾਈ ਹੈ। ਪਰ ਮੈਂ ਜਿਹੜੀ ਡਾਇਗਰਾਮ ਬਣਾਈ, ਮੇਰੀ ਡਾਇਗਰਾਮ ਦੇ ਵਿੱਚ ਪਹਿਲਾ ਪੂਰਤੀ OQ ਸੀ ਜੋ ਤੇਰੀ ਹੈਗੀ ਹੈ, ਪਰ ਹੁਣ ਮੇਰੀ ਪੂਰਤੀ ਜਿਹੜੀ ਹੈ ਉਹ ਹੈਗੀ ਹੈ ਇੱਥੇ Q2 ਤੇ। ਤਾਂ ਮੈਂ ਹੈਗਾ C ਪੁਆਇੰਟ ਤੇ। ਮਤਲਬ ਦੇਖ, ਤੂੰ ਕੀਮਤ ਵਧਾਈ OP ਤੋਂ OP1, ਮੈਂ ਵੀ ਕੀਮਤ ਵਧਾਈ OP ਤੋਂ OP1। ਤੂੰ ਕੀਮਤ ਵਧਾਈ O ਤੋਂ OQ। ਠੀਕ, ਤਾਂ ਹੁਣ ਮੈਨੂੰ ਵੀ ਮੇਰਾ ਦੋਸਤ ਕਹਿ ਰਿਹਾ ਕਿ ਮੈਨੂੰ ਵੀ ਪੂਰਤੀ ਦੇ ਨਿਯਮ ਨੇ ਇਹ ਦੱਸਿਆ ਸੀ ਵੀ ਜਦੋਂ ਤੂੰ ਕੀਮਤ ਵਧਾਵੇਂ ਨਾ ਤਾਂ ਪੂਰਤੀ ਵਧਾ ਲਈ। ਤਾਂ ਮੈਂ ਕੀ ਕੀਤਾ, ਮੈਂ ਪੂਰਤੀ ਵਧਾ ਲਈ OQ ਤੋਂ OQ2। ਤਾਂ ਮੇਰੀ ਜਿਹੜੀ ਪੂਰਤੀ ਵਕਰ ਹੈ ਉਹ ਹੈਗੀ ਹੈ ਇਹ ਵਾਲੀ S1। ਤਾਂ ਹੁਣ ਦੱਸ, ਤੇਰੇ ਤੇ ਮੇਰੇ ਚੋਂ ਸਹੀ ਕੌਣ? ਮੈਂ ਕਹਾਂਗਾ ਯਾਰ, ਗੱਲ ਤਾਂ ਤੇਰੀ ਸਹੀ ਹੈ ਵੀ ਸਹੀ ਤਾਂ ਤੂੰ ਵੀ ਹੈਗਾ ਤੇ ਸਹੀ ਤਾਂ ਮੈਂ ਵੀ ਹੈਗਾ, ਕਿਉਂਕਿ ਮੈਂ ਵੀ ਕੀਮਤ ਦੇ ਵਧਣ ਤੇ ਪੂਰਤੀ Q ਤੋਂ ਵਧਾ ਕੇ Q1 ਕੀਤੀ ਹੈ। ਤੂੰ ਵੀ ਪੂਰਤੀ ਜਿਹੜੀ ਹੈ ਉਹ Q ਤੋਂ ਵਧਾ ਕੇ Q2 ਕੀਤੀ ਹੈ। ਆਪਾਂ ਦੋਵਾਂ ਨੇ ਕੀ ਕੀਤਾ ਹੈ, ਜਦੋਂ ਕੀਮਤ ਵਧਾਈ ਹੈ ਤਾਂ ਆਪਾਂ ਪੂਰਤੀ ਜਿਹੜੀ ਹੈ ਉਹ ਵਧਾਈ ਹੈ। ਬਸ ਫਰਕ ਇੰਨਾ ਹੈ ਕਿ ਮੈਂ ਜੋ ਪੂਰਤੀ ਵਧਾਈ ਹੈ ਉਹ OQ ਤੋਂ OQ1 ਵਧਾਈ ਹੈ। ਤੂੰ ਪੂਰਤੀ ਜਿਹੜੀ ਵਧਾਈ ਹੈ ਉਹ OQ ਤੋਂ OQ2 ਵਧਾਈ ਹੈ। ਫਿਰ ਮੇਰਾ ਇੱਕ ਤੀਸਰਾ ਦੋਸਤ ਆ ਗਿਆ। ਮੇਰਾ ਤੀਸਰਾ ਦੋਸਤ ਕਹਿੰਦਾ ਕਿ ਯਾਰ, ਮੈਂ ਵੀ ਇੱਕ ਡਾਇਗਰਾਮ ਬਣਾਈ ਹੈ, ਮੈਂ ਵੀ ਕੀਮਤ OP ਤੋਂ OP1 ਕੀਤੀ ਹੈ, ਪਰ ਜਿਹੜੀ ਮੈਂ ਪੂਰਤੀ ਵਧਾਈ ਹੈ ਨਾ, ਮੈਂ ਪੂਰਤੀ ਵਧਾਈ ਹੈ OQ3। ਯਾਨੀ ਮੈਂ ਹੈਗਾ D ਪੁਆਇੰਟ ਤੇ। ਤਾਂ ਮੇਰੀ ਜਿਹੜੀ ਪੂਰਤੀ ਵਕਰ ਹੈ ਉਹ A ਤੇ D ਨੂੰ ਮਿਲਾਉਂਦੀ ਹੋਈ S2 ਹੈ। ਤਾਂ ਹੁਣ ਦੱਸੋ, ਮੈਂ ਸਹੀ ਹਾਂ ਕਿ ਗਲਤ ਹਾਂ? ਮੈਂ ਕਹਾਂਗਾ ਯਾਰ, ਹੈਗਾ ਤਾਂ ਤੂੰ ਵੀ ਸਹੀ ਹੈ। ਤੂੰ ਵੀ ਪੂਰਤੀ ਦਾ ਨਿਯਮ ਜਿਹੜਾ ਹੈ ਉਹਨੂੰ ਫੋਲੋ ਕੀਤਾ ਹੈ। ਤੂੰ ਵੀ ਕੀਮਤ ਜਦੋਂ P ਤੋਂ ਵਧਾ ਕੇ P1 ਕੀਤੀ ਹੈ, ਤੂੰ ਵੀ ਪੂਰਤੀ Q ਤੋਂ ਵਧਾਈ ਹੈ। ਤਾਂ ਹੁਣ ਸਹੀ ਤਾਂ ਅਸੀਂ ਤਿੰਨੋਂ ਹੈਗੇ ਆ। ਮਤਲਬ ਮੈਂ ਵੀ ਪੂਰਤੀ ਦਾ ਨਿਯਮ ਲਾਗੂ ਕਰਾ ਰਿਹਾ, ਮੇਰਾ ਪਹਿਲਾ ਦੋਸਤ ਵੀ ਪੂਰਤੀ ਦਾ ਨਿਯਮ ਲਾਗੂ ਕਰਾ ਰਿਹਾ, ਮੇਰਾ ਦੂਜਾ ਦੋਸਤ ਵੀ ਪੂਰਤੀ ਦਾ ਨਿਯਮ ਲਾਗੂ ਕਰਾ ਰਿਹਾ। ਪੂਰਤੀ ਦਾ ਨਿਯਮ ਤਾਂ ਅਸੀਂ ਤਿੰਨੋਂ ਲਾਗੂ ਕਰਾਉਂਦੇ ਪਏ ਆ। ਮਤਲਬ ਜਦੋਂ ਅਸੀਂ ਤਿੰਨੋਂ ਕੀਮਤ ਵਧਾ ਰਹੇ ਹਾਂ ਤਾਂ ਅਸੀਂ ਤਿੰਨੋਂ ਪੂਰਤੀ ਵਧਾਉਂਦੇ ਪਏ ਆ। ਪਰ ਹੁਣ ਸਮੱਸਿਆ ਇਹ ਪੈਦਾ ਹੋਈ ਵੀ ਹੁਣ ਸਾਡੇ ਤਿੰਨਾਂ 'ਚ ਫਰਕ ਕਿਸ ਗੱਲ ਦਾ ਆਇਆ? ਫਰਕ ਇਸ ਗੱਲ ਦਾ ਆਇਆ ਵੀ ਜਿਹੜਾ ਪੂਰਤੀ ਦਾ ਨਿਯਮ ਹੈ ਉਹਨੇ ਆਪਾਂ ਨੂੰ ਸਿਰਫ ਇੰਨਾ ਦੱਸਦਾ ਵੀ ਜਦੋਂ ਕੀਮਤ ਵਧਾਓ ਤਾਂ ਪੂਰਤੀ ਵਧਾ ਲਿਆ ਜੇ। ਮਤਲਬ ਉਹਨੇ ਆਪਾਂ ਨੂੰ ਕੀ ਦੱਸਿਆ? ਉਹਨੇ ਆਪਾਂ ਨੂੰ ਦੱਸੀ ਡਾਇਰੈਕਸ਼ਨ। ਕੀ ਦੱਸੀ? ਡਾਇਰੈਕਸ਼ਨ ਮਤਲਬ ਦਿਸ਼ਾ। ਉਹਨੇ ਆਪਾਂ ਨੂੰ ਦਿਸ਼ਾ ਦੱਸੀ ਵੀ ਦਿਸ਼ਾ ਕੀ ਹੋਏਗਾ, ਵੀ ਜਿਹੜੀ ਕੀਮਤ ਹੋਏਗੀ ਤੇ ਜਿਹੜੀ ਪੂਰਤੀ ਹੋਏਗੀ ਇਹ ਕੀ ਹੋਣਗੇ? ਇਹ ਦੋਨੋਂ ਸਮਾਨ ਦਿਸ਼ਾ ਵੱਲ ਜਾਣਗੇ। ਮਤਲਬ ਜਦੋਂ ਕੀਮਤ ਵਧੀ, ਪੂਰਤੀ ਵਧੀ, ਕੀਮਤ ਘਟੀ, ਪੂਰਤੀ ਘਟੀ। ਠੀਕ, ਉਹਨੇ ਆਪਾਂ ਨੂੰ ਕਿਹਾ ਵੀ ਦੋਨੋਂ ਸਮਾਨ ਦਿਸ਼ਾ ਵੱਲ ਜਾਣਗੇ, ਇੱਕੋ ਪਾਸੇ ਵੱਲ ਜਾਣਗੇ। ਇਹ ਜਾਣਕਾਰੀ ਮੈਨੂੰ ਪੂਰਤੀ ਦੇ ਨਿਯਮ ਨੇ ਜਿਹੜਾ ਹੈ ਉਹ ਦਿੱਤੀ। ਪਰ ਸਮੱਸਿਆ ਇਹ ਪੈਦਾ ਹੋਈ ਵੀ ਜਦ ਆਪਾਂ ਨੂੰ ਡਾਇਰੈਕਸ਼ਨ ਬਾਰੇ ਤਾਂ ਨੌਲੇਜ ਮਿਲ ਗਈ, ਪਰ ਆਪਾਂ ਨੂੰ ਜਿਹੜੀ ਕੁਆਂਟੀਟੀ ਹੈ, ਕੁਆਂਟੀਟੀ ਮਤਲਬ ਜਿਹੜੀ ਮਾਤਰਾ ਹੈ, ਉਹਦੇ ਬਾਰੇ ਕੋਈ ਨੌਲੇਜ ਜਿਹੜੀ ਹੈ ਉਹ ਪੂਰਤੀ ਦੇ ਨਿਯਮ ਨੇ ਨਹੀਂ ਦਿੱਤੀ। ਮਤਲਬ ਆਪਾਂ ਨੂੰ ਪੂਰਤੀ ਦੇ ਨਿਯਮ ਨੇ ਇਹ ਨਹੀਂ ਦੱਸਿਆ ਕਿ ਦੇਖੋ ਜੀ, ਜਦੋਂ ਕੀਮਤ ਵਧਾਓਗੇ ਤਾਂ ਪੂਰਤੀ ਕਿੰਨੀ ਵਧਾਇਆ ਜੇ। ਤਾਂ ਹੁਣ ਕੀ ਹੋਊਗਾ? ਮੈਂ ਪੂਰਤੀ ਵਧਾਉਂਦਾ ਪਿਆ Q ਤੋਂ Q1। ਠੀਕ, ਮੇਰਾ ਪਹਿਲਾ ਦੋਸਤ ਵਧਾਉਂਦਾ ਪਿਆ Q ਤੋਂ Q2, ਮੇਰਾ ਦੂਜਾ ਦੋਸਤ ਵਧਾਉਂਦਾ ਪਿਆ Q ਤੋਂ Q3। ਹੁਣ ਤਿੰਨੋਂ ਹੀ ਅਸੀਂ
ਪੂਰਤੀ ਕੀਮਤ ਤੇ ਪੂਰਤੀ ਨੂੰ ਇੱਕੋ ਪਾਸੇ ਲੈ ਕੇ ਚੱਲੇ ਆ, ਅਸੀਂ ਤਿੰਨੋਂ ਹੀ ਕੀਮਤ ਦੇ ਵਧਣ ਤੇ ਪੂਰਤੀ ਨੂੰ ਵਧਾ ਰਹੇ ਆ, ਪਰ ਮਾਤਰਾ ਤਿੰਨਾਂ ਦੀ ਅਲੱਗ-ਅਲੱਗ ਹੈ। ਮੈਂ ਕੀ ਕਰਦਾ ਪਿਆ, ਮੈਂ ਥੋੜੀ ਜੀ ਪੂਰਤੀ ਵਧਾਉਂਦਾ ਪਿਆ, ਮੇਰਾ ਪਹਿਲਾ ਦੋਸਤ ਥੋੜੀ ਜੀ ਜ਼ਿਆਦਾ ਵਧਾਉਂਦਾ ਪਿਆ, ਮੇਰਾ ਦੂਜਾ ਦੋਸਤ ਹੋਰ ਜ਼ਿਆਦਾ ਵਧਾਉਂਦਾ ਪਿਆ। ਯਾਨੀ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਕੀ ਕਰਦਾ ਹੈ, ਉਹ ਆਪਾਂ ਨੂੰ ਕੀਮਤ ਵਿੱਚ ਬਦਲਾਵ ਹੋਣ ਤੇ ਪੂਰਤੀ ਵਿੱਚ ਕਿਸ ਡਾਇਰੈਕਸ਼ਨ ਦੇ ਵਿੱਚ ਯਾਨੀ ਕਿ ਕਿਸ ਦਿਸ਼ਾ ਵਿੱਚ ਬਦਲਾਵ ਹੋਏਗਾ ਉਸ ਦਿਸ਼ਾ ਬਾਰੇ ਜਾਣਕਾਰੀ ਦਿੰਦਾ ਹੈ। ਮਤਲਬ ਉਹ ਸਿਰਫ ਇੰਨਾ ਦੱਸਦਾ ਵੀ ਦੋਨੋਂ ਇੱਕੋ ਪਾਸੇ ਜਾਣਗੇ, ਪਰ ਮਾਤਰਾ ਕਿੰਨੀ ਹੋਏਗੀ ਵੀ ਪੂਰਤੀ ਵਿੱਚ ਬਦਲਾਵ ਜਿਹੜਾ ਹੈ ਉਹ ਕਿੰਨਾ ਹੋਏਗਾ, ਉਹ ਜਿਹੜਾ ਕਿੰਨੇ ਦਾ ਆਨਸਰ ਹੈ ਨਾ ਉਹ ਨਹੀਂ ਦਿੰਦਾ। ਬਸ ਇੱਥੇ ਹੀ ਜਾ ਕੇ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਅੱਧੀ ਗੱਲ ਕਰਕੇ ਕਹਾਣੀ ਖਤਮ ਕਰ ਦਿੰਦਾ ਹੈ। ਪਰ ਆਪਣੇ ਵਾਸਤੇ ਜਿੱਥੇ ਇਹ ਜਾਨਣਾ ਜ਼ਰੂਰੀ ਹੈ ਕਿ ਪੂਰਤੀ ਤੇ ਕੀਮਤ ਜਿਹੜੇ ਨੇ ਉਹ ਇੱਕੋ ਦਿਸ਼ਾ ਵੱਲ ਜਾਂਦੇ ਨੇ, ਇਹ ਜਾਨਣਾ ਤਾਂ ਬਿਲਕੁਲ ਇੰਪੋਰਟੈਂਟ ਹੈ। ਨਾਲ ਦੇ ਨਾਲ ਆਪਣੇ ਵਾਸਤੇ ਇਹ ਜਾਨਣਾ ਵੀ ਇੰਪੋਰਟੈਂਟ ਹੈ ਕਿ ਜਦੋਂ ਪੂਰਤੀ ਬਦਲਣੀ ਹੈ ਤਾਂ ਆਪਾਂ ਕਿੰਨੀ ਮਾਤਰਾ ਦੇ ਵਿੱਚ ਬਦਲਣੀ ਹੈ। ਮਤਲਬ ਜਦੋਂ ਕੀਮਤ ਬਦਲੇਗੀ ਜਾਂ ਕੀਮਤ ਵਧੇਗੀ ਜਾਂ ਕੀਮਤ ਘਟੇਗੀ ਤਾਂ ਪੂਰਤੀ ਜਿਹੜੀ ਹੈ ਉਹ ਕਿੰਨੀ ਵਧੇਗੀ ਜਾਂ ਕਿੰਨੀ ਘਟੇਗੀ, ਉਹ ਮਾਤਰਾ ਦੀ ਨੌਲੇਜ ਹੋਣੀ ਵੀ ਜਿਹੜੀ ਹੈ ਉਹ ਆਪਾਂ ਨੂੰ ਜ਼ਰੂਰੀ ਹੈ। ਬਟ ਉਹ ਮਾਤਰਾ ਦੀ ਨੌਲੇਜ ਆਪਾਂ ਨੂੰ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਨਹੀਂ ਦਿੰਦਾ। ਤਾਂ ਆਪਾਂ ਨੂੰ ਇੱਕ ਹੋਰ ਟੌਪਿਕ ਜਿਹੜਾ ਹੈ ਉਹ ਡਿਸਕਸ ਕਰਨਾ ਪੈਂਦਾ ਹੈ, ਜਿਹੜਾ ਆਪਾਂ ਨੂੰ ਕੀ ਕਰੇਗਾ, ਜਿਹੜਾ ਆਪਾਂ ਨੂੰ ਦਿਸ਼ਾ ਬਾਰੇ ਤਾਂ ਜਾਣਕਾਰੀ ਦੇਵੇਗਾ ਹੀ ਦੇਵੇਗਾ। ਮਤਲਬ ਜੋ ਹੁਣ ਆਪਾਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਕੀ ਕਰਦਾ ਹੈ, ਜੋ ਗੱਲ ਪੂਰਤੀ ਦੇ ਨਿਯਮ ਨੇ ਨਹੀਂ ਕੀਤੀ ਸੀ ਉਸ ਗੱਲ ਨੂੰ ਉਹ ਪੂਰਾ ਕਰੇਗਾ। ਮਤਲਬ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਕੀ ਕਰੇਗਾ, ਉਹ ਆਪਾਂ ਨੂੰ ਦਿਸ਼ਾ ਬਾਰੇ ਤਾਂ ਜਾਣਕਾਰੀ ਦੇਵੇਗਾ। ਮਤਲਬ ਉਹ ਇਹ ਤਾਂ ਦੱਸੇਗਾ ਵੀ ਕੀਮਤ ਤੇ ਪੂਰਤੀ ਜਿਹੜੇ ਨੇ ਉਹ ਸੇਮ ਦਿਸ਼ਾ ਵੱਲ ਜਾਂਦੇ ਨੇ, ਕੀਮਤ ਵਧੀ ਪੂਰਤੀ ਵਧੀ, ਕੀਮਤ ਘਟੀ ਪੂਰਤੀ ਘਟੀ। ਬਟ ਨਾਲ ਦੇ ਨਾਲ ਆਪਾਂ ਨੂੰ ਇਹ ਵੀ ਦੱਸੇਗਾ ਵੀ ਜੇਕਰ ਕੀਮਤ ਵਿੱਚ ਬਦਲਾਵ ਹੁੰਦਾ ਹੈ ਤਾਂ ਪੂਰਤੀ ਵਿੱਚ ਕਿੰਨੀ ਮਾਤਰਾ ਦੇ ਵਿੱਚ ਬਦਲਾਵ ਹੁੰਦਾ ਹੈ। ਉਹ ਜਿਹੜੀ ਕੁਆਂਟੀਟੀ ਹੈ, ਉਹ ਜਿਹੜੀ ਮਾਤਰਾ ਦੀ ਨੌਲੇਜ ਆਪਾਂ ਨੂੰ ਪੂਰਤੀ ਦੇ ਨਿਯਮ ਨੇ ਨਹੀਂ ਦਿੱਤੀ ਸੀ, ਉਹਦੀ ਨੌਲੇਜ ਆਪਾਂ ਨੂੰ ਅੱਜ ਵਾਲਾ ਜਿਹੜਾ ਟੌਪਿਕ ਹੈ ਉਹ ਦੇਣ ਵਾਲਾ ਹੈ। ਤਾਂ ਉਹ ਟੌਪਿਕ ਜਿਹੜਾ ਹੈ ਉਹ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਤੇ ਉਸ ਟੌਪਿਕ ਦਾ ਜਿਹੜਾ ਨਾਮ ਹੈ, ਇਹ ਟੌਪਿਕ ਆਪਾਂ ਆਲਰੇਡੀ ਪਹਿਲਾਂ ਮੰਗ ਦੇ ਵਾਸਤੇ ਕਰ ਚੁੱਕੇ ਹਾਂ। ਹੁਣ ਆਪਾਂ ਇਹੀ ਟੌਪਿਕ ਜਿਹੜਾ ਹੈ ਉਹ ਪੂਰਤੀ ਵਾਸਤੇ ਕਰਾਂਗੇ ਤਾਂ ਉਹਨੂੰ ਆਪਾਂ ਨਾਮ ਦੇਵਾਂਗੇ ਪੂਰਤੀ ਦੀ ਕੀਮਤ ਲੋਚ। ਠੀਕ, ਤਾਂ ਪੂਰਤੀ ਦੀ ਕੀਮਤ ਲੋਚ ਦਾ ਜਿਹੜਾ ਟੌਪਿਕ ਹੈ ਇਹ ਕੀ ਕਰਦਾ ਹੈ, ਇਹ ਆਪਾਂ ਨੂੰ ਦੋ ਚੀਜ਼ਾਂ ਬਾਰੇ ਇਨਫੋਰਮੇਸ਼ਨ ਦਿੰਦਾ ਹੈ। ਪਹਿਲੀ ਜਾਣਕਾਰੀ ਆਪਾਂ ਨੂੰ ਦਿੰਦਾ ਹੈ ਵੀ ਇਸ ਗੱਲ ਬਾਰੇ ਵੀ ਜਦੋਂ ਕੀਮਤ ਬਦਲੇਗੀ ਤਾਂ ਪੂਰਤੀ ਜਿਹੜੀ ਹੈ ਉਹ ਸੇਮ ਦਿਸ਼ਾ ਵਿੱਚ ਬਦਲੇਗੀ। ਮਤਲਬ ਕੀਮਤ ਵਧੇਗੀ ਪੂਰਤੀ ਵਧੇਗੀ, ਕੀਮਤ ਘਟੇਗੀ ਪੂਰਤੀ ਘਟੇਗੀ। ਬਿਲਕੁਲ ਸਹੀ ਇਨਫੋਰਮੇਸ਼ਨ ਦੇਗਾ। ਦੂਸਰਾ ਨਾਲ ਦੇ ਨਾਲ ਇਹ ਆਪਾਂ ਨੂੰ ਇਹ ਇਨਫੋਰਮੇਸ਼ਨ ਵੀ ਦਿੰਦਾ ਹੈ ਵੀ ਜਦੋਂ ਕੀਮਤ ਬਦਲਦੀ ਹੈ ਤਾਂ ਪੂਰਤੀ ਦੇ ਵਿੱਚ ਕਿੰਨਾ ਬਦਲਾਵ ਹੁੰਦਾ ਹੈ। ਦੋਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਆਪਾਂ ਨੂੰ ਦੇਵੇਗਾ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਨਾਮ ਤੋਂ ਗੱਲ ਕਲੀਅਰ ਕਰਾਂਗੇ ਵੀ ਪੂਰਤੀ ਦੀ ਕੀਮਤ ਲੋਚ ਦਾ ਜਿਹੜਾ ਅਰਥ ਹੈ, ਮਤਲਬ ਹੈ, ਉਹ ਕੀ ਚੀਜ਼ ਹੈ। ਤਾਂ ਆਪਾਂ ਇੱਕ ਇੱਕ ਵਰਡ ਪਕੜਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਵਰਡ ਪਕੜਾਂਗੇ ਪੂਰਤੀ। ਠੀਕ ਹੈ, ਤਾਂ ਆਪਾਂ ਯਾਦ ਰੱਖੋ ਆਪਾਂ ਵਰਡ ਪੂਰਤੀ ਲਿਆ, ਆਪਾਂ ਪੂਰਤੀ ਦੀ ਮਾਤਰਾ ਵਰਡ ਯੂਜ਼ ਨਹੀਂ ਕੀਤਾ। ਮਤਲਬ ਕੀ ਹੈ ਵੀ ਪੂਰਤੀ ਦੇ ਵਿੱਚ ਕੀ ਹੋਏਗਾ, ਆਪਣੇ ਕੋਲ ਵੱਖ ਵੱਖ ਸੰਭਵ ਕੀਮਤਾਂ ਹੋਣਗੀਆਂ। ਠੀਕ ਹੈ, ਵੀ ਮਤਲਬ ਆਪਣੇ ਕੋਲ ਕੋਈ ਇੱਕ ਕੀਮਤ ਨਹੀਂ ਹੋਏਗੀ, ਆਪਣੇ ਕੋਲ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕੀਮਤਾਂ ਹੋਣਗੀਆਂ। ਉਹ ਬਹੁਤ ਸਾਰੀਆਂ ਕੀਮਤਾਂ ਦੇ ਸਾਹਮਣੇ ਕੀ ਹੋਏਗਾ, ਆਪਣੇ ਕੋਲ ਵੱਖ ਵੱਖ ਸੰਭਵ ਕੀ ਹੋਏਗੀ, ਪੂਰਤੀਆਂ ਹੋਣਗੀਆਂ। ਮਤਲਬ ਆਪਣੇ ਕੋਲ ਬਹੁਤ ਸਾਰੀਆਂ ਆਪਾਂ ਨੂੰ ਕੀਮਤਾਂ ਲੈਣੀਆਂ ਪੈਣਗੀਆਂ, ਉਹਦੇ ਸਾਹਮਣੇ ਆਪਾਂ ਨੂੰ ਬਹੁਤ ਸਾਰੀ ਪੂਰਤੀਆਂ ਲੈਣੀਆਂ ਪੈਣਗੀਆਂ। ਮਤਲਬ ਆਪਾਂ ਇੱਕ ਕੀਮਤ ਤੇ ਉਹਦੇ ਸਾਹਮਣੇ ਇੱਕ ਪੂਰਤੀ ਜਿਹੜੀ ਹੈ ਉਹ ਆਪਾਂ ਨਹੀਂ ਲੈ ਸਕਦੇ। ਅਗਰ ਆਪਾਂ ਉਹ ਲਵਾਂਗੇ ਤਾਂ ਫਿਰ ਉਹ ਕੀ ਬਣ ਜਾਏਗਾ, ਉਹ ਪੂਰਤੀ ਦੀ ਮਾਤਰਾ ਬਣ ਜਾਏਗਾ। ਪਰ ਆਪਾਂ ਵਰਡ ਯੂਜ਼ ਕੀਤਾ ਹੈ ਪੂਰਤੀ। ਨੰਬਰ 2 ਆਪਾਂ ਵਰਡ ਜਿਹੜਾ ਲੈਣ ਲੱਗੇ ਹਾਂ ਉਹ ਆਪਾਂ ਲੈਣ ਲੱਗੇ ਹਾਂ ਲੋਚ। ਕੀਮਤ ਨੂੰ ਬਾਅਦ ਚ ਦੇਖਾਂਗੇ, ਪਹਿਲਾਂ ਆਪਾਂ ਲੋਚ ਲੈਣ ਲੱਗੇ ਹਾਂ। ਲੋਚ ਦਾ ਮਤਲਬ ਕੀ ਹੁੰਦਾ ਹੈ, ਲੋਚ ਨੂੰ ਆਪਾਂ ਕਹਿੰਦੇ ਆ ਲੋਚਦਾਰ। ਲੋਚਦਾਰ ਦਾ ਮਤਲਬ ਕੀ ਹੈ, ਆਪਾਂ ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਹਾਂ ਫਲੈਕਸੀਬਲ। ਠੀਕ ਹੈ, ਫਲੈਕਸੀਬਲ ਦਾ ਮਤਲਬ ਕੀ ਹੁੰਦਾ ਹੈ, ਇਹਨੂੰ ਆਪਾਂ ਕਹਿੰਦੇ ਹਾਂ ਸਟ੍ਰੈਚੇਬਿਲਿਟੀ। ਸਟ੍ਰੈਚੇਬਿਲਿਟੀ ਮਤਲਬ ਖਿਚਾਵ।
ਵੀ ਆਪਾਂ ਜਿਹੜਾ ਹੈ ਉਹ ਤੁਸੀਂ ਇਹਨੂੰ ਕੁਝ ਮਰਜ਼ੀ ਕਹਿ ਸਕਦੇ ਹੋ। ਤੁਸੀਂ ਲੋਚ ਨੂੰ ਲੋਚਦਾਰ ਕਹਿ ਸਕਦੇ ਹੋ, ਜਾਂ ਜਿਹਨੂੰ ਆਪਾਂ ਫਲੈਕਸੀਬਲ ਕਹਿੰਦੇ ਹਾਂ, ਠੀਕ ਹੈ, ਜਾਂ ਆਪਾਂ ਇਹਨੂੰ ਇੱਕ ਹੋਰ ਵਰਡ ਵੀ ਦੇ ਸਕਦੇ ਹਾਂ, ਇਹਨੂੰ ਆਪਾਂ ਇਲਾਸਟਿਕ ਵੀ ਕਹਿ ਸਕਦੇ ਹਾਂ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਸਟ੍ਰੈਚੇਬਿਲਿਟੀ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਖਿਚਾਵ। ਮਤਲਬ ਉਹ ਕਹਿੰਦਾ ਹੈ ਵੀ ਜਿਹੜੀ ਤੁਹਾਡੀ ਪੂਰਤੀ ਹੈ ਉਹ ਕਿੰਨੀ ਲੋਚਦਾਰ ਹੈ, ਮਤਲਬ ਪੂਰਤੀ ਕਿੰਨੀ ਫਲੈਕਸੀਬਲ ਹੈ, ਪੂਰਤੀ ਕਿੰਨੀ ਸਟ੍ਰੈਚੇਬਲ ਹੈ, ਜਾਂ ਪੂਰਤੀ ਵਿੱਚ ਕਿੰਨਾ ਖਿਚਾਵ ਹੋ ਸਕਦਾ ਹੈ। कहने का मतलब की है भी देखो मान लो मैं कहा कि आ मेरे हाथ दे विच एक मार्कर है, ठीक है, आप मार्कर दा कैप लगाता। हुण मैं की करना है, इस मार्कर दे विच पता लगाना है कि इस मार्कर दे विच कितना खिंचाव है। तो मैं की कीता, मैं इस मार्कर नू खिंचण दी कोशिश कीती ताकि मैं इंदा खिंचाव पता लगा सका, क्योंकि जे इंदे विच फ्लैक्सिबिलिटी है, स्ट्रेचेबिलिटी है, भी आपां नू कितना स्ट्रेच कर सकदे हां। आपां आम तौर ते कई वारी कोई लोअर ਲੈਣ ਜਾਂਦੇ ਹਾਂ, ਜਿਹੜਾ ਪਜਾਮਾ, ਜਾਂ ਮੰਨ ਲਓ ਆਪਾਂ ਕੋਈ ਪੈਂਟ ਲੈਣ ਜਾਂਦੇ ਹਾਂ ਜੀਨਸ ਦੀ, ਤਾਂ ਦੁਕਾਨਦਾਰ ਆਪਾਂ ਨੂੰ ਕੀ ਕਹਿੰਦਾ ਹੈ, ਉਹ ਕਹਿੰਦਾ ਸਰ ਜੀ ਇਹ ਟੌਪ ਜਾਂ ਜਿਹੜੇ ਜੀਨਸ ਹੈ ਨਾ ਇਹ ਸਟ੍ਰੈਚੇਬਲ ਹੈ। ਸਟ੍ਰੈਚੇਬਲ ਮਤਲਬ ਕੀ ਹੈ, ਇਹਦੇ ਚ ਖਿਚਾਵ ਹੈਗਾ, ਮਤਲਬ ਤੁਹਾਡੇ ਬਾਡੀ ਨੂੰ ਆਪਣੇ ਆਪ ਫਿੱਟ ਕਰ ਲੇਗਾ। ਤਾਂ ਉਹ ਸਟ੍ਰੈਚੇਬਿਲਿਟੀ ਦਾ ਮਤਲਬ ਕੀ ਹੁੰਦਾ ਹੈ ਕਿ ਇਹਦੇ ਚ ਖਿੱਚ ਹੈਗੀ ਹੈ। ਖਿੱਚ ਮਤਲਬ ਤੁਸੀਂ ਇਹਨੂੰ ਖਿੱਚ ਸਕਦੇ ਹੋ, ਮਤਲਬ ਇਹਨੂੰ ਛੋਟਾ ਵੱਡਾ ਜਿਹੜਾ ਉਹ ਕਰ ਸਕਦੇ ਹੋ। ਹੁਣ ਅਗਰ ਮੰਨ ਲਓ ਕਿ ਮੈਂ ਇਸ ਮਾਰਕਰ ਦੇ ਵਿੱਚ ਇਹ ਪਤਾ ਲਗਾਉਣਾ ਹੈ ਕਿ ਇਸ ਮਾਰਕਰ ਦੇ ਵਿੱਚ ਕਿੰਨੀ ਸਟ੍ਰੈਚੇਬਿਲਿਟੀ ਹੈ ਜਾਂ ਕਿੰਨਾ ਖਿਚਾਵ ਹੈ, ਤਾਂ ਅਗਰ ਮੈਂ ਇਹਨੂੰ ਜ਼ੋਰ ਲਗਾਵਾਂ ਤਾਂ ਮੈਂ ਜਿੰਨਾ ਮਰਜ਼ੀ ਜ਼ੋਰ ਲਗਾ ਲਵਾਂ ਇਹਨੇ ਕੁਝ ਨਹੀਂ ਹੋਣਾ, ਇਹ ਐਡੇ ਦਾ ਐਡਾ ਹੀ ਰਹੇਗਾ। कहने का मतलब की है, मैं कहूँगा भी इनदे विच किसी तरह का कोई खिंचाव, कोई फ्लैक्सिबिलिटी, कोई लोचशीलता बिल्कुल नहीं हैगी, ठीक है। इनदी खिंचाव कितना है, जीरो है, मतलब आप इहनूं खिंच के जिहड़ा है वो पहला नालों वड्डा नहीं कर सकते। अगर मान लो मैं कहां कि मेरी यह शर्ट है, तो मैं अगर इहनूं शर्ट नूं खिंचा तो आ थोड़ी जा कपड़ा जिहड़ा है वो खिंची जाएगा, थोड़ा जा खिंची जाएगा ना, तो मैं कहूँगा इहदे च खिंचाव हैगा तो है, बट वो ज्यादा नहीं हैगा। मतलब आ जी शर्ट है आप ज्यादा नहीं खिंच सकते, ज्यादा नहीं खिंच सकते, मतलब इहदे च खिंचाव तो है पर थोड़ा जा है। जे मान लो मैं कहां कि मेरा कान है, मैं आ कान नूं खिंचा, देखो आ थोड़ा जा अपना कान खिंची जाएगा, अपना कान थोड़ा जा वड्डा हो जाता ना, आ देखो इस तरह आ कान थोड़ा जा वड्डा हो गया। मैं कहूँगा थोड़ा जा खिंचाव जिहड़ा है इस कान दे विच हैगा, ठीक। तो अगर आप मैं आदि गल देखा, आ देखो थोड़ी जी खिंचीगी ना, तो इहदे च भी खिंचाव हैगा, भी आप अपनी स्किन जिहड़ी है उहनूं थोड़ा जा खिंच सकते हैं। मतलब आप जदों भी खिंचाव की गल करते हाँ, तो मतलब ये हुंदा है कि देखो जी एक चीज इत्थे पई है, आ मैं एक पॉइंट लगाता, ठीक है। हुण मैं पता लगाना भी इस चीज दे विच कितना खिंचाव है। जे मान लो मैं इस चीज नूं खिंचण की कोशिश की, ये हिली नहीं आती थां तो मैं कहूँगा ना भैया इहदे तो कोई खिंचाव नहीं हैगा। जे मान लो आ ए पॉइंट ते हैगी सी, मैं इहनूं खिंचा ते ए चली गई बी पॉइंट ते, तो मैं कहूँगा लो जी थोड़ा जिहा खिंचाव जिहड़ा है वो हैगा। अगर मान लो ये चली गई सी पॉइंट ते इत्थे, तो मैं कहूँगा लो जी इहदे च खिंचाव होर ज़्यादा हैगा। अगर मान लो ये चली गई इत्थे डी पॉइंट ते, तो मैं कहूँगा लो जी खिंचाव होर ज़्यादा हैगा। जिवें आपां अगे वाले पासे जाना है उवें पिछे वाले पासे भी जा सकते हैं। अगर मान लो इत्थे चली गई ई पॉइंट ते, तो मैं कहूँगा थोड़ा जिहा खिंचाव है। अगर मान लो इत्थे चली गई एफ पॉइंट ते, तो मैं कहूँगा होर ज़्यादा खिंचाव है। अगर मान लो इत्थे आ गई जी पॉइंट ते, तो मैं कहूँगा होर ज़्यादा खिंचाव है। तो खिंचाव का मतलब हुंदा है भी जिस पॉइंट ते वो चीज ऑलरेडी पई है, आपां ओनू उनदे सज्जे पासे या उनदे खब्बे पासे कितना ज्यादा लेके जा सकते हैं। जिन्ना आपां ओनू ज्यादा लेके जावांगे उनदे च खिंचाव, उनदे च लोचशीलता, फ्लैक्सिबिलिटी, इलास्टिसिटी, स्ट्रेचेबिलिटी उन्नी की होएगी ज्यादा होएगी। जिन्ना आपां घट खिंच पावांगे उन्ना खिंचाव घट होएगा। जे मान लो आपां बिल्कुल ही नहीं खिंच पाए, ओनू उत्थे दा उत्थे ही रखिया, वो हिली नहीं आदी थां तो मैं कहूँगा उनदे च खिंचाव कितना है, जीरो है। ਤਾਂ ਹੁਣ ਆਪਾਂ ਕੀ ਕਰਨਾ ਹੈ, ਇਹ ਜਿਹੜਾ ਖਿਚਾਵ ਹੈ, ਇਹ ਜਿਹੜੀ ਲੋਚਸ਼ੀਲਤਾ ਹੈ, ਇਹ ਆਪਾਂ ਕਿੰਦੇ ਵਿੱਚ ਪਤਾ ਕਰਨੀ ਹੈ, ਆਪਾਂ ਪੂਰਤੀ ਦੇ ਵਿੱਚ ਇਹ ਜਿਹੜਾ ਖਿਚਾਵ ਹੈ ਉਹ ਪਤਾ ਕਰਨਾ ਹੈ। ਕਿੰਦੇ ਕਰਕੇ, ਕੀਮਤ ਕਰਕੇ। मतलब हुण आपां पूरी दी पूरी परिभाषा जिहड़ी है वो बनाउण लगे हां। मतलब पूर्ति दी कीमत लोच आपां नूं इह दसदी है भी जदों किसी वस्तु दी कीमत विच बदलाव हुंदा है। ध्यान नाल सोचना, जेकर किसी वस्तु दी कीमत विच बदलाव हुंदा है, बदलाव दा मतलब की होया
ਵੀ ਆਪਾਂ ਨੂੰ ਕੀ ਕਰਨਾ ਪਏਗਾ, ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਇਨੀਸ਼ੀਅਲ ਕੀਮਤ ਜਿਹੜੀ ਹੈ ਉਹ ਲੈਣੀ ਪਏਗੀ, ਆਪਾਂ ਨੂੰ ਇੱਕ ਸ਼ੁਰੂਆਤੀ ਕੀਮਤ ਜਿਹੜੀ ਹੈ ਉਹ ਲੈਣੀ ਪਏਗੀ। ਫਿਰ ਆਪਾਂ ਕੀ ਕਰਾਂਗੇ, ਉਹ ਜਿਹੜੀ ਸ਼ੁਰੂਆਤੀ ਕੀਮਤ ਹੈ ਉਹਨੂੰ ਆਪਾਂ ਬਦਲਾਂਗੇ। ਹੁਣ ਬਦਲਣ ਦਾ ਮਤਲਬ ਕੀ ਹੋਏਗਾ, ਤੁਸੀਂ ਉਸ ਕੀਮਤ ਨੂੰ ਜਿਹੜਾ ਹੈ ਉਹ ਘਟਾ ਵੀ ਸਕਦੇ ਹੋ ਤੇ ਉਸ ਕੀਮਤ ਨੂੰ ਤੁਸੀਂ ਵਧਾ ਵੀ ਸਕਦੇ ਹੋ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਕਰ ਲਿਆ ਜੇ। ਜੇਕਰ ਤੁਸੀਂ ਕਹਿੰਦਾ ਹੁਣ ਉਹ ਕੀਮਤ ਬਦਲ ਗਈ ਤਾਂ ਉਹਦੇ ਕਰਕੇ, ਕੀਮਤ ਦੇ ਕਰਕੇ ਜਿਹੜੀ ਪੂਰਤੀ ਹੈ ਉਹ ਕਿੰਨੀ ਜ਼ਿਆਦਾ ਖਿਚੀਵੇਗੀ, ਕਿੰਨੀ ਜ਼ਿਆਦਾ ਅੱਗੇ ਵਾਲੇ ਪਾਸੇ ਜਾਏਗੀ ਜਾਂ ਕਿੰਨੀ ਜ਼ਿਆਦਾ ਪਿੱਛੇ ਵਾਲੇ ਪਾਸੇ ਜਾਏਗੀ। ਠੀਕ ਹੈ, ਤਾਂ ਜਿੰਨੀ ਜ਼ਿਆਦਾ ਪੂਰਤੀ ਅੱਗੇ ਗਈ ਆਪਾਂ ਕਹਾਂਗੇ ਉਹਨਾਂ ਖਿਚਾਵ ਜ਼ਿਆਦਾ, ਜਿੰਨੀ ਘਟ ਗਈ ਆਪਾਂ ਕਹਾਂਗੇ ਉਹਨਾਂ ਖਿਚਾਵ ਘਟ। ਐਵੇਂ ਜਿੰਨੀ ਪੂਰਤੀ ਪਿੱਛੇ ਵਾਲੇ ਪਾਸੇ ਘਟ ਗਈ ਆਪਾਂ ਕਹਾਂਗੇ ਉਹਨਾਂ ਖਿਚਾਵ ਘਟ, ਜਿੰਨੀ ਪਿੱਛੇ ਵਾਲੇ ਪਾਸੇ ਜ਼ਿਆਦਾ ਗਈ ਆਪਾਂ ਕਹਾਂਗੇ ਉਹਨਾਂ ਖਿਚਾਵ ਜ਼ਿਆਦਾ। ਮਤਲਬ ਕਹਿੰਦਾ ਕੀ ਹੈ ਵੀ ਆਪਾਂ ਜਦੋਂ ਵੀ ਪੂਰਤੀ ਦੀ ਕੀਮਤ ਲੋਚ ਦੀ ਗੱਲ ਕਰਾਂਗੇ ਤਾਂ ਆਪਾਂ ਸਭ ਤੋਂ ਪਹਿਲਾਂ ਉਸ ਵਸਤੂ ਦੀ ਕੀਮਤ ਬਦਲਾਂਗੇ, ਕੀਮਤ ਬਦਲਣ ਤੋਂ ਬਾਅਦ ਆਪਾਂ ਉਹਦੀ ਪੂਰਤੀ ਬਦਲਾਂਗੇ। ਠੀਕ ਹੋ ਗਿਆ। ਹੁਣ ਪੂਰਤੀ ਕਿੰਨੀ ਬਦਲੋਗੇ ਉਸ ਹਿਸਾਬ ਤੇ ਡਿਸਾਈਡ ਹੋਏਗਾ ਵੀ ਉਸ ਪੂਰਤੀ ਦੀ ਲੋਚ ਜਾਂ ਖਿਚਾਵ ਜਿਹੜਾ ਉਹ ਕਿੰਨਾ ਜ਼ਿਆਦਾ ਹੈ ਜਾਂ ਕਿੰਨਾ ਘੱਟ ਹੈ। ਹੁਣ ਪੂਰਤੀ ਜਿੰਨੀ ਜ਼ਿਆਦਾ ਬਦਲੋਗੇ ਕੀ ਹੋਏਗਾ, ਖਿਚਾਵ ਉਨਾ ਜ਼ਿਆਦਾ ਹੋਏਗਾ। ਪੂਰਤੀ ਜਿੰਨੀ ਘੱਟ ਬਦਲੋਗੇ ਉਹਨਾਂ ਖਿਚਾਵ ਜਿਹੜਾ ਉਹ ਘੱਟ ਹੋਏਗਾ। ਪਰ ਧਿਆਨ ਕਿਸ ਗੱਲ ਦਾ ਰੱਖਣਾ ਹੈ ਵੀ ਜਦੋਂ ਕੀਮਤ ਬਦਲਣੀ ਹੈ ਤੇ ਉਹਦੇ ਕਰਕੇ ਪੂਰਤੀ ਨੂੰ ਖਿੱਚਣਾ ਹੈ, ਮਤਲਬ ਅੱਗੇ ਪਾਸੇ ਜਾਂ ਪਿੱਛੇ ਪਾਸੇ, ਉਸ ਟਾਈਮ ਤੇ ਪੂਰਤੀ ਦਾ ਨਿਯਮ ਜਿਹੜਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਵੀ ਜੇ ਤਾਂ ਕੀਮਤ ਵਧਾਓਗੇ ਤਾਂ ਪੂਰਤੀ ਨੂੰ ਅੱਗੇ ਪਾਸੇ ਲੈ ਕੇ ਜਾਇਆ ਜੇ, ਕੀਮਤ ਵਧਾਓਗੇ ਤਾਂ ਪੂਰਤੀ ਨੂੰ ਵਧਾਣਾ ਹੈ, ਜੇ ਕੀਮਤ ਘਟਾਓਗੇ ਤਾਂ ਪੂਰਤੀ ਨੂੰ ਘਟਾਣਾ ਹੈ। ਪੂਰਤੀ ਦਾ ਨਿਯਮ ਫੇਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਤਾਂ ਆਪਾਂ ਪੂਰਤੀ ਦੇ ਵਿੱਚ ਖਿਚਾਵ, ਪੂਰਤੀ ਦੇ ਵਿੱਚ ਲੋਚਸ਼ੀਲਤਾ, ਇਲਾਸਟਿਸਿਟੀ, ਸਟ੍ਰੈਚੇਬਿਲਿਟੀ, ਫਲੈਕਸੀਬਿਲਿਟੀ ਪਤਾ ਕਰਾਂਗੇ ਕਿੰਦੇ ਕਰਕੇ, ਕੀਮਤ ਵਿੱਚ ਹੋਣ ਵਾਲੇ ਬਦਲਾਵ ਕਰਕੇ। ਪਰ ਹਾਲੇ ਇਹ ਪਰਿਭਾਸ਼ਾ ਜਿਹੜੀ ਹੈ ਪੂਰੀ ਨਹੀਂ ਹੈਗੀ। ਹੁਣ ਆਪਾਂ ਜਿਹੜਾ ਇਹ ਖਿਚਾਵ ਪਤਾ ਕਰਨਾ ਹੈ ਪੂਰਤੀ ਦੇ ਵਿੱਚ, ਠੀਕ ਹੈ, ਆਪਾਂ ਪੂਰਤੀ ਵਿੱਚ ਕੀ ਕਰਨਾ ਹੈ, ਲੋਚਸ਼ੀਲਤਾ ਪਤਾ ਕਰਨੀ ਹੈ। ਤਾਂ ਪਹਿਲੀ ਚੀਜ਼ ਧਿਆਨ ਚ ਕੀ ਰੱਖਣੀ ਹੈ, ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪੂਰਤੀ ਦਾ ਨਿਯਮ ਹੈ ਉਹਨੂੰ ਆਪਾਂ ਕੀ ਕਰਨਾ ਹੈ, ਉਹਨੂੰ ਆਪਾਂ ਧਿਆਨ ਵਿੱਚ ਰੱਖਣਾ ਹੈ। ਧਿਆਨ ਵਿੱਚ ਰੱਖਣਾ ਮਤਲਬ ਆਪਾਂ ਕੀ ਕਰਨਾ ਹੈ, ਪੂਰਤੀ ਦਾ ਨਿਯਮ ਫੇਲ ਨਹੀਂ ਹੋਣ ਦੇਣਾ। ਮਤਲਬ ਆਪਾਂ ਪਹਿਲੀ ਚੀਜ਼ ਤਾਂ ਇਹ ਧਿਆਨ ਚ ਰੱਖਣੀ ਹੈ ਵੀ ਜਦੋਂ ਕੀਮਤ ਵਧਾਓ ਤਾਂ ਉਦੋਂ ਕੀ ਕਰਿਆ ਜੇ, ਪੂਰਤੀ ਨੂੰ ਵਧਾ ਲਿਆ ਜੇ। ਤੇ ਨੰਬਰ 2, ਜਦੋਂ ਕੀਮਤ ਘਟਾਓ ਤਾਂ ਉਦੋਂ ਕੀ ਕਰਿਆ ਜੇ, ਪੂਰਤੀ ਨੂੰ ਘਟਾ ਲਿਆ ਜੇ। ਠੀਕ ਹੈ, ਪਹਿਲੀ ਚੀਜ਼ ਤਾਂ ਇਹ ਧਿਆਨ ਚ ਰੱਖਣੀ ਹੈ। ਦੂਸਰੀ ਚੀਜ਼ ਜਿਹੜੀ ਧਿਆਨ ਚ ਰੱਖਣੀ ਹੈ ਉਹ ਇਹ ਹੈ ਵੀ ਜਿਹੜੀ ਪੂਰਤੀ ਦੀ ਕੀਮਤ ਲੋਚ ਹੈ ਇਹਦਾ ਮਾਪ ਜਿਹੜਾ ਹੈ ਉਹ ਆਪਾਂ ਹਮੇਸ਼ਾ ਕਿੰਦੇ ਵਿੱਚ ਕਰਦੇ ਆ, ਪ੍ਰਤੀਸ਼ਤ ਵਿੱਚ ਕਰਦੇ ਆ। ਹੁਣ ਪ੍ਰਤੀਸ਼ਤ ਦੇ ਵਿੱਚ ਆਪਾਂ ਇਹਦਾ ਮਾਪ ਕਿਉਂ ਕਰਦੇ ਆ, ਇਹ ਲੌਜੀਕ ਜਿਹੜਾ ਹੈ ਇਹ ਆਲਰੇਡੀ ਆਪਾਂ ਜਦੋਂ ਮੰਗ ਦੀ ਕੀਮਤ ਲੋਚ ਕੀਤੀ ਸੀ ਆਪਾਂ ਆਲਰੇਡੀ ਉਦੋਂ ਡਿਸਕਸ ਕੀਤਾ ਸੀ ਵੀ ਆਪਾਂ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਆਪਾਂ ਪ੍ਰਤੀਸ਼ਤ ਦੇ ਵਿੱਚ ਕਿਉਂ ਮਾਪਦੇ ਹਾਂ। ਤਾਂ ਜੋ ਲੌਜੀਕ ਆਪਾਂ ਉਸ ਟਾਈਮ ਤੇ ਕੀਤਾ ਸੀ ਉਹੀ ਲੌਜੀਕ ਆਪਾਂ ਹੁਣ ਕਰਨ ਜਾ ਰਹੇ ਹਾਂ ਵੀ ਹੁਣ ਆਪਾਂ ਕੀ ਕਰਨਾ ਹੈ, ਪੂਰਤੀ ਦੀ ਕੀਮਤ ਲੋਚ ਮਾਪਣੀ ਹੈ ਪਰ ਉਹਨੂੰ ਵੀ ਆਪਾਂ ਪ੍ਰਤੀਸ਼ਤ ਚ ਮਾਪਣਾ। ਹੁਣ ਪ੍ਰਤੀਸ਼ਤ ਦੇ ਵਿੱਚ ਕਿਉਂ ਮਾਪਣਾ ਹੈ, ਆਪਾਂ ਇਹਦਾ ਲੌਜੀਕ ਜਿਹੜਾ ਹੈ ਉਹ ਲੈ ਕੇ ਚੱਲਦੇ ਹਾਂ ਵੀ ਪੂਰਤੀ ਦੀ ਕੀਮਤ ਲੋਚ ਹਮੇਸ਼ਾ ਪ੍ਰਤੀਸ਼ਤ ਚ ਕਿਉਂ ਮਾਪੀ ਜਾਂਦੀ ਹੈ। ਇਹ ਕਈ ਵਾਰੀ ਆਪਾਂ ਨੂੰ ਛੋਟੇ ਕੁਐਸਚਨਸ ਦੇ ਵਿੱਚ ਕੁਐਸਚਨ ਵੀ ਆ ਜਾਂਦਾ ਹੈ। ਤਾਂ ਕੀ ਹੋਇਆ ਵੀ ਆਪਾਂ ਨਾ ਹੁਣ ਇੱਕ ਐਗਜ਼ਾਮਪਲ ਲੈ ਕੇ ਚੱਲਣ ਲੱਗੇ ਆ। ਇੱਥੇ ਆਪਾਂ ਲਿਖਣ ਲੱਗੇ ਆ ਵੀ ਇੱਕ ਵਸਤੂ ਦੀ ਪਹਿਲਾ ਪੂਰਤੀ ਕਿੰਨੀ ਸੀ। ਹੁਣ ਆਪਾਂ ਕੀ ਲਿਖਾਂਗੇ, ਇੱਥੇ ਆ ਗਈ ਹੁਣ ਵਾਲੀ ਪੂਰਤੀ, ਤਾਂ ਹੁਣ ਪੂਰਤੀ ਕਿੰਨੀ ਹੈ। ਠੀਕ ਹੈ, ਤਾਂ ਇੱਕ ਵਸਤੂ ਜਿਹੜੀ ਜਿੰਦੀ ਪਹਿਲਾ ਪੂਰਤੀ ਜਿਹੜੀ ਹੈ ਉਹ 10 ਇਕਾਈਆਂ ਦੀ ਸੀ। ਠੀਕ ਹੈ, ਮਤਲਬ 10 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਸੀ। ਹੁਣ ਕੀ ਹੋ ਰਿਹਾ, ਉਹਦੀਆਂ 15 ਚੀਜ਼ਾਂ ਬਾਜ਼ਾਰ ਦੇ ਵਿੱਚ ਆ ਰਹੀਆਂ ਨੇ। ਤਾਂ ਪਹਿਲਾ ਪੂਰਤੀ 10 ਸੀ, ਹੁਣ ਪੂਰਤੀ 15। ਠੀਕ ਹੋ ਗਿਆ। ਇੱਕ ਵਸਤੂ ਇਹ ਜੀ ਹੈ ਜਿੰਦੀਆਂ ਪਹਿਲਾਂ 100 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਸੀ, ਹੁਣ ਇਸ ਟਾਈਮ ਉਹਦੀਆਂ 105 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਨੇ। ਇੱਕ ਵਸਤੂ ਇਹ ਜੀ ਹੈ ਜਿੰਦੀਆਂ ਪਹਿਲਾਂ 1000 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਸੀ, ਹੁਣ ਉਹਦੀਆਂ 1005 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਨੇ। ਇੱਕ ਵਸਤੂ ਇਹ ਜੀ ਹੈ ਜਿੰਦੀਆਂ ਪਹਿਲਾਂ 10000 ਚੀਜ਼ਾਂ ਬਾਜ਼ਾਰ ਦੇ ਵਿੱਚ ਆਉਂਦੀਆਂ ਸੀ,
ਹੁਣ ਉਸ ਵਸਤੂ ਦੀਆਂ 10,000 5 ਚੀਜ਼ਾਂ ਬਾਜ਼ਾਰ ਚ ਆਉਂਦੀਆਂ ਨੇ। ਇੱਕ ਵਸਤੂ ਇਹ ਜੀ ਹੈ ਜਿਹਦੀਆਂ ਪਹਿਲਾਂ 1 ਲੱਖ ਚੀਜ਼ਾਂ ਬਾਜ਼ਾਰ ਦੇ ਵਿੱਚ ਆਉਂਦੀਆਂ ਸੀ। ਹੁਣ ਕੀ ਹੋ ਰਿਹਾ ਹੈ, ਹੁਣ ਉਸ ਵਸਤੂ ਦੀਆਂ 1 ਲੱਖ 5 ਚੀਜ਼ਾਂ ਬਾਜ਼ਾਰ ਚ ਆਉਂਦੀਆਂ ਨੇ। ਹੁਣ ਆਪਾਂ ਦੋ ਤਰ੍ਹਾਂ ਦੇ ਚੇਂਜਸ ਜਿਹੜੇ ਨੇ ਉਹ ਦੇਖ ਸਕਦੇ ਹਾਂ। ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਐਬਸੋਲਿਊਟ ਚੇਂਜਸ। ਐਬਸੋਲਿਊਟ ਦਾ ਮਤਲਬ ਹੁੰਦਾ ਹੈ ਵੀ ਆਪਾਂ ਸਿੱਧਾ ਸਿੱਧਾ ਮੋਟਾ ਮੋਟਾ ਵੇਖਾਂਗੇ ਕਿ ਲੋ ਜੀ ਬਦਲਾਵ ਕਿੰਨਾ ਆਇਆ। ਤਾਂ ਮੈਂ ਕਹਾਂਗਾ ਪਹਿਲਾਂ 10 ਚੀਜ਼ਾਂ ਆ ਰਹੀਆਂ ਸੀ, ਹੁਣ 15 ਆ ਰਹੀਆਂ ਨੇ, ਯਾਨੀ ਕਿ ਪਹਿਲਾਂ ਨਾਲੋਂ 5 ਚੀਜ਼ਾਂ ਜ਼ਿਆਦਾ ਆ ਰਹੀਆਂ ਨੇ। ਇਹਨੂੰ ਆਪਾਂ ਕਹਾਂਗੇ ਐਬਸੋਲਿਊਟ, ਯਾਨੀ ਕਿ ਇਹਨੂੰ ਆਪਾਂ ਕਹਿੰਦੇ ਆ ਨਿਰਪੇਖ ਬਦਲਾਵ। ਨਿਰਪੇਖ ਮਤਲਬ ਵੀ ਸਿੱਧਾ ਘਟਾਓ ਤੇ ਪਤਾ ਲਾ ਲਓ। ਫਿਰ ਪਹਿਲਾਂ 100 ਆ ਰਹੀਆਂ ਸੀ, ਹੁਣ 105 ਆ ਰਹੀਆਂ ਨੇ, ਤਾਂ ਇਹ ਵੀ 5 ਚੀਜ਼ਾਂ ਜ਼ਿਆਦਾ ਆ ਰਹੀਆਂ ਨੇ। ਇਹ 1000 ਆ ਰਹੀਆਂ ਸੀ, 1005 ਆ ਰਹੀਆਂ ਨੇ, ਤਾਂ ਇਹ ਵੀ 5 ਚੀਜ਼ਾਂ ਜ਼ਿਆਦਾ ਆ ਰਹੀਆਂ ਨੇ। ਇਹ 10,000 ਆ ਰਹੀਆਂ ਸੀ, 10,005 ਆ ਰਹੀਆਂ ਨੇ, ਤਾਂ ਇਹ ਵੀ 5 ਚੀਜ਼ਾਂ ਬਾਜ਼ਾਰ 'ਚ ਜ਼ਿਆਦਾ ਆ ਰਹੀਆਂ ਨੇ। 1 ਲੱਖ ਆ ਰਹੀਆਂ ਸੀ, 1 ਲੱਖ 5 ਚੀਜ਼ਾਂ ਆ ਰਹੀਆਂ ਨੇ, ਤਾਂ ਇਹ ਵੀ 5 ਚੀਜ਼ਾਂ ਬਾਜ਼ਾਰ 'ਚ ਜ਼ਿਆਦਾ ਆ ਰਹੀਆਂ ਨੇ। ਅਗਰ ਮੈਂ ਸਿਰਫ ਤੇ ਸਿਰਫ ਨਿਰਪੇਖ ਦੀ ਗੱਲ ਕਰਾਂ, ਯਾਨੀ ਕਿ ਐਬਸੋਲਿਊਟ ਚੇਂਜਸ ਦੇਖਾਂ, ਤਾਂ ਮੈਂ ਕਹਾਂਗਾ ਕਿ ਆ A ਵਸਤੂ ਹੈ, ਆ B ਵਸਤੂ ਹੈ, ਆ C ਹੈ, ਆ D ਹੈ ਤੇ ਆ E ਹੈ। A B C D E ਸਾਰੀਆਂ ਵਸਤੂਆਂ 'ਚ ਬਦਲਾਵ ਜਿਹੜਾ ਹੈ ਉਹ ਕੀ ਹੋ ਰਿਹਾ ਹੈ, ਬਰਾਬਰ ਹੋ ਰਿਹਾ ਹੈ। ਵੀ ਸਾਰੀਆਂ ਵਸਤੂਆਂ ਜਿਹੜੀਆਂ ਨੇ ਜਿੰਨੀਆਂ ਪਹਿਲਾਂ ਆਉਂਦੀਆਂ ਸੀ ਉਹਦੇ ਮੁਕਾਬਲੇ ਹੁਣ 5 ਜਿਹੜੀਆਂ ਨੇ ਉਹ ਜ਼ਿਆਦਾ ਆ ਰਹੀਆਂ ਨੇ। ਠੀਕ ਹੋ ਗਿਆ। ਹੁਣ ਐਬਸੋਲੂਟ ਤਾਂ ਆਪਾਂ ਨੂੰ ਇਹ ਦੱਸ ਰਿਹਾ, ਪਰ ਅਗਰ ਆਪਾਂ ਧਿਆਨ ਨਾਲ ਸੋਚੀਏ ਤਾਂ ਹੋ ਕੀ ਰਿਹਾ ਵੀ ਇੱਕ ਚੀਜ਼ ਪਹਿਲਾਂ 10 ਆ ਰਹੀ ਸੀ, ਠੀਕ ਹੈ, ਪਹਿਲਾਂ 10 ਚੀਜ਼ਾਂ ਆ ਰਹੀਆਂ ਸੀ, ਹੁਣ 15 ਆ ਰਹੀਆਂ ਨੇ। ਹੁਣ ਸੋਚੋ 10 ਤੋਂ 15 ਹੋ ਗਈਆਂ, ਯਾਨੀ ਸਿੱਧਾ ਹੀ 1.5 ਗੁਣਾ। ਧਿਆਨ ਨਾਲ ਸੋਚ ਕੇ ਦੇਖੋ, 10 ਤੋਂ 15 ਹੋਈਆਂ, 1.5 ਗੁਣਾ ਹੋ ਗਈਆਂ। ਪਰ ਅਗਰ 100 ਤੋਂ 105 ਹੋਈਆਂ ਤਾਂ ਹੁਣ 1.5 ਗੁਣਾ ਤਾਂ ਨਹੀਂ ਹੋਈਆਂ, ਕਿਉਂਕਿ ਜੇ 1.5 ਗੁਣਾ ਹੋਈਆਂ ਹੁੰਦੀਆਂ ਤਾਂ 100 ਦੀਆਂ 150 ਹੁੰਦੀਆਂ, ਇੱਥੇ 1000 ਦੀਆਂ 1500 ਹੁੰਦੀਆਂ, ਇੱਥੇ 10,000 ਦੀਆਂ 15,000 ਹੁੰਦੀਆਂ, ਇੱਥੇ 1 ਲੱਖ ਦੀਆਂ 1,50,000 ਹੁੰਦੀਆਂ। ਯਾਨੀ ਇੱਥੇ ਤਾਂ ਐਵੇਂ ਹੋਇਆ ਨਹੀਂ। ਹੁਣ ਸੋਚੋ ਵੀ ਇੱਕ ਚੀਜ਼ ਜਿਹੜੀ ਪਹਿਲਾਂ ਸਿਰਫ 10 ਇਕਾਈਆਂ ਬਾਜ਼ਾਰ ਚ ਆ ਰਹੀਆਂ ਸੀ, ਅਗਰ ਉਹਦੀਆਂ 15 ਆਉਣਗੀਆਂ, ਲੋਕੀ ਕਹਿਣਗੇ ਯਾਰ 1.5 ਗੁਣਾ ਸਮਾਨ ਆ ਰਿਹਾ ਬਾਜ਼ਾਰ ਦੇ ਵਿੱਚ। ਪਰ ਅਗਰ ਇੱਕ ਚੀਜ਼ ਪਹਿਲਾਂ 1 ਲੱਖ ਚੀਜ਼ਾਂ ਆ ਰਹੀਆਂ ਸੀ, ਹੁਣ 1,05,000 ਆਣਗੀਆਂ, ਕੋਈ ਫਰਕ ਨਹੀਂ ਪਏਗਾ। ਉਹ ਕਹਿੰਦਾ ਲੱਖ ਚੀਜ਼ਾਂ ਆਉਂਦੀਆਂ ਸੀ, ਲੱਖ ਵਿੱਚ 5 ਹੀ ਵਧਾਈਆਂ, ਕੀ ਫਰਕ ਪਿਆ? ਗੱਲ ਸੋਚਣ ਵਾਲੀ ਹੈ। ਤਾਂ ਅਗਰ ਆਪਾਂ ਸਿਰਫ ਤੇ ਸਿਰਫ ਐਬਸੋਲਿਊਟ ਚੇਂਜ ਦੇਖੀਏ, ਸਿਰਫ ਇਹ ਦੇਖੀਏ ਕਿ ਬਦਲਾਵ ਕਿੰਨੀ ਮਾਤਰਾ ਦੇ ਵਿੱਚ ਆਇਆ, ਆਪਾਂ ਨੂੰ ਸਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਨਹੀਂ ਮਿਲੇਗੀ। ਕਿਉਂਕਿ ਸਹੀ ਇਨਫੋਰਮੇਸ਼ਨ ਕੀ ਹੈ? ਸਹੀ ਇਨਫੋਰਮੇਸ਼ਨ ਇਹ ਹੈ ਵੀ ਇਹ ਜਿਹੜੀ ਹੈ 1.5 ਗੁਣਾ, ਯਾਨੀ ਕਿ ਅਗਰ ਆਪਾਂ ਇਹਦੀ ਗੱਲ ਕਰੀਏ ਤਾਂ ਇਹ 50% ਚੀਜ਼ਾਂ ਜ਼ਿਆਦਾ ਆ ਰਹੀਆਂ ਨੇ। ਅਗਰ 100 ਤੋਂ 105 ਹੋਣਗੀਆਂ ਤਾਂ ਸਿਰਫ 5% ਆ ਰਹੀਆਂ ਨੇ। ਦੇਖੋ ਹੁਣ ਕਿੱਥੇ 50% ਚੀਜ਼ਾਂ ਦਾ ਜ਼ਿਆਦਾ ਆਣਾ, ਕਿਤੇ ਸਿਰਫ 5% ਚੀਜ਼ਾਂ ਦਾ ਬਾਜ਼ਾਰ ਦੇ ਵਿੱਚ ਜ਼ਿਆਦਾ ਆਣਾ। ਹੁਣ 1000 ਦੇ ਪਿੱਛੇ 1005 ਹੋਈਆਂ, ਯਾਨੀ 1000 ਦੇ ਪਿੱਛੇ 5। ਸੋਚ ਕੇ ਦੇਖੋ, ਇੱਥੇ 10 ਦੇ ਪਿੱਛੇ 5 ਨੇ, ਇੱਥੇ 1000 ਦੇ ਪਿੱਛੇ 5 ਨੇ, ਇੱਥੇ 10,000 ਦੇ ਪਿੱਛੇ 5 ਨੇ, ਇੱਥੇ 1 ਲੱਖ ਦੇ ਪਿੱਛੇ 5 ਨੇ। ਬਰਾਬਰ ਨਹੀਂ ਬਦਲਾਵ ਹੋਇਆ, ਕਿਉਂਕਿ 10 ਤੋਂ 15 ਵਾਲੇ ਚ ਬਦਲਾਵ ਬਹੁਤ ਜ਼ਿਆਦਾ ਹੋਇਆ ਹੈ। ਇੱਧਰ ਕੀ ਹੋਇਆ, 100 ਤੋਂ 105 ਕੋਈ ਖਾਸ ਬਦਲਾਵ ਨਹੀਂ ਹੋਇਆ। 1000 ਤੋਂ 1005 ਤਾਂ ਬਿਲਕੁਲ ਹੀ ਥੋੜਾ ਜਿਹਾ ਬਦਲਾਵ ਹੋਇਆ। 10,000 ਤੋਂ 10,005 ਤਾਂ ਹੋਰ ਘੱਟ ਹੋਇਆ, ਤੇ 1 ਲੱਖ ਤੋਂ 1,05 ਤਾਂ ਮਤਲਬ ਗੱਲ ਹੀ ਛੱਡ ਦੋ ਇਹਦੀ। ਤਾਂ ਅਗਰ ਆਪਾਂ ਸਿੱਧਾ ਵੇਖਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੇਗਾ ਵੀ ਬਦਲਾਵ ਬਰਾਬਰ ਹੋਇਆ ਹੈ। ਪਰ ਜਦੋਂ ਆਪਾਂ ਉਹਨੂੰ ਪ੍ਰਤੀਸ਼ਤ ਦੇ ਵਿੱਚ ਦੇਖਾਂਗੇ, ਕਹਾਣੀ ਕੁਝ ਹੋਰ ਹੀ ਆ ਜਾਏਗੀ। ਤਾਂ ਆਪਾਂ ਸਿੱਧਾ ਬਦਲਾਵ ਜਿਹੜਾ ਹੈ ਉਹ ਨਹੀਂ ਦੇਖਣਾ, ਆਪਾਂ ਜੋ ਬਦਲਾਵ ਦੇਖਣਾ ਹੈ ਉਹ ਆਪਾਂ ਪ੍ਰਤੀਸ਼ਤ ਦੇ ਵਿੱਚ ਦੇਖਣਾ ਹੈ, ਤਾਂ ਕਿ ਆਪਾਂ ਨੂੰ ਸਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲ ਸਕੇ। ਦੂਸਰਾ ਜਿਹੜਾ ਕਾਰਨ ਹੈ ਵੀ ਆਪਾਂ ਪ੍ਰਤੀਸ਼ਤ ਦੇ ਵਿੱਚ ਪੂਰਤੀ ਦੀ ਕੀਮਤ ਲੋਚ ਨੂੰ ਆਪਾਂ ਕਿਉਂ ਮਾਪਦੇ ਹਾਂ? ਦੇਖੋ ਉਹਦੇ ਚ ਕੀ ਹੈ। ਮੰਨ ਲਓ ਮੈਂ ਕਹਾਂ ਕਿ ਇੱਕ ਵਸਤੂ ਜਿਹੜੀ ਹੈ ਉਹਦੀ ਕੀਮਤ ਹੈ, ਮੰਨ ਲਓ, ਠੀਕ ਹੈ, ਪਹਿਲਾਂ ਆਉਂਦੀ ਪਹਿਲਾਂ ਕੀਮਤ ਹੈ, ਆਉਂਦੀ ਹੁਣ ਕੀਮਤ ਹੈ। ਵੀ ਇੱਕ ਤਾਂ ਆਪਾਂ ਮਾਤਰਾ ਦੇ ਹਿਸਾਬ ਨਾਲ ਗੱਲ ਕੀਤੀ, ਵੀ ਜੇਕਰ ਆਪਾਂ ਸਿੱਧੀ ਮਾਤਰਾ ਵੇਖਾਂਗੇ ਤਾਂ ਆਪਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲੇਗੀ, ਤਾਂ ਆਪਾਂ ਨੂੰ ਪ੍ਰਤੀਸ਼ਤ ਦੇ ਵਿੱਚ ਉਸ ਚੀਜ਼ ਨੂੰ ਲੈਣਾ ਪਏਗਾ, ਤਾਂ ਹੀ ਆਪਾਂ ਨੂੰ ਉਸ ਚੀਜ਼ ਬਾਰੇ ਸਹੀ ਜਾਣਕਾਰੀ ਜਿਹੜੀ ਹੈ ਉਹ ਮਿਲ ਸਕਦੀ ਹੈ। ਠੀਕ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਕੀਮਤ ਵਾਲੇ ਪਾਸੇ, ਵੀ ਹੁਣ ਜਿਹੜੀ ਪੂਰਤੀ ਹੈ ਉੱਥੇ ਤਾਂ ਪ੍ਰਤੀਸ਼ਤ ਲਗਾਉਣਾ ਜ਼ਰੂਰੀ ਹੈ। ਹੁਣ ਆਪਾਂ ਕੀਮਤ ਵੇਖਨੇ ਆ, ਵੀ ਕੀਮਤ ਵਿੱਚ ਵੀ ਪ੍ਰਤੀਸ਼ਤ ਲਗਾਉਣਾ ਜ਼ਰੂਰੀ ਹੈ। ਕਿਉਂ? ਇੱਕ ਵਸਤੂ ਜਿਹੜੀ ਹੈ ਉਹ ਹੈਗੀ ਸੀ 10 ਰੁਪਏ ਲੀਟਰ,
कोई चीज आप खरीद रहे हैं 10 रुपए लीटर है, हुण होगी वो 12 रुपए लीटर। ठीक है, एक वस्तु सी 10 रुपए किलो, वो होगी 12 रुपए किलो। एक वस्तु सी 10 रुपए लीटर, लीटर हो गया, आप इहते मीटर ले लेने आ, 10 रुपए मीटर, तो हुण वो होगी 12 रुपए मीटर। ठीक है, तो हुण देखो अगर आप ध्यान नाल देखिए तो हो की रहा, एक वस्तु 10 रुपए लीटर तो 12 रुपए लीटर हो रही है, एक 10 रुपए किलो तो 12 रुपए किलो हो रही है, एक 10 रुपए मीटर तो 12 रुपए मीटर हो रही है। यानी अगर मैं फिर कोई एब्सोल्यूट चेंज वेखा तो की दसदा है, वो दसेगा 10 रुपए लीटर तो 12 रुपए लीटर होगी, तो ये 2 रुपये का रेट वध गया। ये 10 रुपए किलो तो 12 रुपए किलो होगी, तो इनका रेट भी 2 रुपये वध गया। ये 10 रुपए मीटर तो 12 रुपए मीटर होगी, तो इनका रेट भी 2 रुपये वध गया। मतलब अगर आप ध्यान नाल देखिए तो सारिया चीज़ों का रेट जिहड़ा है वो बराबर वधिया। ये भी 2 रुपये महंगी हुई है, ये भी 2 रुपये महंगी हुई है, ये भी 2 रुपये महंगी हुई है। पर अगर आप ध्यान नाल देखिए कि बदलाव सेम है। अगर मैं पूछा भी लो जी देखो हुण ये लीटर है, ये 2 रुपये लीटर महंगी हुई है, ये 2 रुपये किलो महंगी हुई है। हुण किलो ते लीटर सोच के देखो भी अगर आप इन्हां दोनों ने एक दूजे च बदलीए भी आप लीटर नूं किलो च बदल सकते हैं, क्योंकि कोई कहता ना भी आप दुध जिहड़ा लै रहे हैं वो आप 5 किलो लै रहे हैं, एक्चुअली वो 5 किलो नहीं हुंदा, वो 5 लीटर हुंदा है। जिहड़ा वो दुध ही अपने घरे दुध दे के जाते हैं ना, वो लीटरां विच दे के जाते हैं, वो किलो च नहीं दे के जाते। यानी हुण अगर आप किलो नूं लीटर ते लीटर नूं किलो च बदलांगे ना, आंसर च फर्क आ जाना है। एवें हुण सोचो भी आ चीज 2 रुपये मीटर महंगी हुंदी पई है, हुण लीटर दा मीटर दे नाल या किलो दा मीटर दे नाल की लेना देना है। यानी हुण की होएगा जदों विच वस्तु नूं मापण दियां इकाइयां आ जाणगियां, इकाइयां आ जाणगियां मतलब कोई लीटर मीटर किलो क्विंटल मन ग्राम तोला ये आ जाणगियां, फिर अपने कहानी गड़बड़ हो जाएगी। क्योंकि अगर एक चीज 2 रुपए लीटर महंगी हुई तो एक चीज 2 रुपए मीटर महंगी हुई, अगर मैं पूछा दोनों चों ज्यादा महंगी केड़ी हुई तो कोई जवाब नहीं। क्यों नहीं है? क्योंकि दोनों की आपस दे विच तुलना ही नहीं की जा सकती, क्योंकि एक चीज लीटर च मापी जा रही है, एक चीज मीटर विच मापी जा रही है, आपस में कोई कंपैरिजन नहीं, क्योंकि दोनों दियां मापन इकाइयां जड़ियां ने वक्रियां वक्रियां ने। एक दी मापन इकाई लीटर है ते एक दी मापन इकाई मीटर है, तो हुण आपां कंपैरिजन नहीं कर सकते, तुलना नहीं कर सकते। अगर आपां इन्हां दी आपस दे विच तुलना करनी है तो की करना पेगा, ये ਜਿਹੜੇ लीटर मीटर ने ये आपां नूं खत्म करने पैणगे। हुण सारे लीटर मीटर किलो क्विंटल ग्राम ऑन्स पाउंड तो आपां सारे खत्म कर देंगे। खत्म किवें करांगे? आपां इन्हां सारियां इकाइयां चाहे लीटर है चाहे किलो है चाहे मीटर है, आपां इहनूं एक सारियां नूं एक सांझी इकाई जिहड़ी है उहदे विच बदल देंगे ते वो सांझी इकाई होएगी प्रतिशत। मतलब आपां हुण जदों बदलाव देखांगे आपां लीटर मीटर किलो क्विंटल च नहीं वेखांगे, आपां देखांगे बदलाव जिहड़ा है वो किन्ने प्रतिशत आया। मतलब मैं लीटर नूं भी प्रतिशत च बदलांगा, मैं किलो नूं भी प्रतिशत च बदलांगा, मैं मीटर नूं भी प्रतिशत च बदलांगा, तां प्रतिशत जिहड़ा है वो की होएगा, वो अपने वास्ते एक सांझी इकाई दे तौर ते काम करेगा। जिहड़ा की करेगा ये जिहड़ियां मापन इकाइयां ने लीटर मीटर क्विंटल किलो इन्हां नूं की करेगा खत्म कर देगा, ताकि सारियां वस्तुआं इक्को सांझी इकाई च बदल जान, ताकि अगर कल नूं आपां नूं इन्हां दी जिहड़ी पूर्ति दी कीमत लोच है अगर इन्हां दी आपस दे विच तुलना करनी पै जावे तो आपां इन्हां दी तुलना कर सकीए। ताकि हुण तुलना किवें होएगी? क्योंकि सारियां ही इक्को चीज च बदल जाणगियां, वो इक्को चीज की होएगी प्रतिशत। तो आपां की करांगे जदों भी पूर्ति दी कीमत लोच मापांगे तो हुण इहदे दो तरह के बदलाव ने, एक आपां कीमत च बदलाव लेके आवांगे, एक आपां पूर्ति विच बदलाव लेके आवांगे। तो जिहड़ा कीमत विच बदलाव है उन्नू भी आपां प्रतिशत दे विच लांगे, जिहड़ा पूर्ति विच बदलाव है उन्नू भी आपां प्रतिशत दे विच लांगे। तो पूर्ति दी कीमत लोच नू हमेशा प्रतिशत दे विच मापिया जांदा है। हुण आपां इहदी पूरी परिभाषा बनाने आ ਤਾਂ पूर्ति दी कीमत लोच जिहड़ी है वो ये कहती है भी जदों भी किसी भी वस्तु दी कीमत विच कोई प्रतिशत बदलाव हुंदा है, ठीक है ध्यान नाल,
ਜਦੋਂ ਕਿਸੇ ਵਸਤੂ ਦੀ ਕੀਮਤ ਦੇ ਵਿੱਚ ਕੋਈ ਪ੍ਰਤੀਸ਼ਤ ਬਦਲਾਵ ਹੁੰਦਾ ਹੈ ਤਾਂ ਉਸ ਦੇ ਕਰਕੇ ਉਸ ਵਸਤੂ ਦੀ ਪੂਰਤੀ ਦੇ ਵਿੱਚ ਕਿੰਨੇ ਪ੍ਰਤੀਸ਼ਤ ਬਦਲਾਵ ਹੋਏਗਾ ਜੋ ਇਸ ਚੀਜ਼ ਦਾ ਮਾਪ ਕਰੇਗਾ ਉਹਨੂੰ ਆਪਾਂ ਕਵਾਂਗੇ ਪੂਰਤੀ ਦੀ ਕੀਮਤ ਲੋਚ। ਜੇ ਅਗਰ ਆਪਾਂ ਗੱਲ ਕਰੀਏ ਕਿ ਮੰਨ ਲਓ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਉਹ 10% ਵਧੀ, ਜੇ ਵਧੇਗੀ ਤਾਂ ਮੈਂ ਪਲੱਸ ਲਿਖਾਂਗਾ। ਹੁਣ ਦੇਖੋ ਜਿਹੜੀ ਕੀਮਤ ਹੈ ਉਹ 10% ਵਧੀ ਹੈ ਤਾਂ ਹੁਣ ਇੱਥੇ ਪੂਰਤੀ ਵੀ ਜਿਹੜੀ ਹੈ ਉਹ ਵੀ ਕੀ ਕਰਨੀ ਪਏਗੀ, ਵਧਾਣੀ ਪਏਗੀ, ਕਿਉਂਕਿ ਮੈਂ ਕਿਹਾ ਸੀ ਪੂਰਤੀ ਦਾ ਨਿਯਮ ਫੇਲ ਨਹੀਂ ਕਰਾਣਾ। ਜੇ ਕੀਮਤ 10% ਵਧਾਈ ਹੈ ਤਾਂ ਪੂਰਤੀ ਹੁਣ ਤੁਸੀਂ ਵਧਾਣੀ ਹੈ, ਤਾਂ ਪੂਰਤੀ ਮੰਨ ਲਓ ਉਹ ਵੀ ਪਲੱਸ ਹੋਗੀ ਕਿਉਂਕਿ ਉਹਨੇ ਵੀ ਵਧਣਾ ਹੈ, ਮੰਨ ਲਓ 20% ਹੋਗੀ, ਠੀਕ ਹੈ। ਹੁਣ ਕੀਮਤ ਬਦਲੀ 10%, ਪੂਰਤੀ ਬਦਲੀ 20%, ਤਾਂ ਦੇਖਾਂਗੇ ਵੀ ਜਿਹੜੀ ਪੂਰਤੀ ਹੈ ਉਹ ਕੀਮਤ ਦੇ ਮੁਕਾਬਲੇ ਕਿੰਨੇ ਗੁਣਾ ਹੋਈ। ਤਾਂ ਦੇਖੋ ਆ 10 ਹੈ ਤਾਂ ਆ ਕੀ ਹੈ 20, ਕਿੰਨੇ ਗੁਣਾ ਹੈ 2 ਗੁਣਾ, ਤਾਂ ਮੈਂ ਕਹਾਂਗਾ ਪੂਰਤੀ ਦੀ ਕੀਮਤ ਲੋਚ ਕਿੰਨੀ ਹੈ 2। ਅਗਰ ਕੀਮਤ 10% ਵਧੀ ਹੁੰਦੀ, ਪੂਰਤੀ ਜਿਹੜੀ ਹੈ ਮੰਨ ਲਓ ਉਹ 40% ਵਧੀ ਹੁੰਦੀ, ਤਾਂ ਹੁਣ ਪੂਰਤੀ ਕਿੰਨੇ ਗੁਣਾ ਵਧੀ 4 ਗੁਣਾ, ਤਾਂ ਮੈਂ ਕਹਾਂਗਾ ਪੂਰਤੀ ਦੀ ਕੀਮਤ ਲੋਚ ਕਿੰਨੀ 4। ਜੇ ਕੀਮਤ 10% ਵਧੀ ਹੁੰਦੀ ਉਹਦੇ ਕਰਕੇ ਪੂਰਤੀ ਜਿਹੜੀ ਹੈ ਉਹ 30% ਵਧੀ ਹੁੰਦੀ, ਤਾਂ 10 ਤੇ ਆ 30 ਹੈ, ਕਿੰਨੇ ਗੁਣਾ ਹੈ 3, ਤਾਂ ਪੂਰਤੀ ਦੀ ਕੀਮਤ ਲੋਚ ਕਿੰਨੀ ਹੋ ਜਾਂਦੀ 3। ਮਤਲਬ ਆਪਾਂ ਜਿਹੜਾ ਕੀਮਤ ਵਿੱਚ ਬਦਲਾਵ ਹੈ ਉਹਨੂੰ ਵੀ ਪ੍ਰਤੀਸ਼ਤ ਚ ਲਾਂਗੇ, ਜਿਹੜਾ ਪੂਰਤੀ ਚ ਬਦਲਾਵ ਹੈ ਉਹਨੂੰ ਵੀ ਆਪਾਂ ਪ੍ਰਤੀਸ਼ਤ ਦੇ ਵਿੱਚ ਹੀ ਲਾਂਗੇ। ਤਾਂ ਇਹ ਸੀ ਆਪਣਾ ਬੇਸਿਕ ਕਨਸੈਪਟ ਪੂਰਤੀ ਦੀ ਕੀਮਤ ਲੋਚ ਦਾ। ਬਾਕੀ ਆਪਾਂ ਆਪਣੇ ਅਗਲੇ ਲੈਕਚਰ ਚ ਡਿਸਕਸ ਕਰਾਂਗੇ, ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much and all the best.